ਵਾਹਿਗੁਰੂ ਵਾਹਿਗੁਰੂ। ਆਨੰਦ ਸੁਨੋ ਵਡ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਏ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਨਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਤਨਾਮ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿਖ ਉਦਰੈ, ਨਾਨਕ ਹਰ ਗੁਣ ਗਾਓ। ਸੁਕੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹਲਾ ਪੰਜਵਾ। ਕਵਨ ਕਾਜ ਮਾਇਆ ਵਡਿਆਈ, ਜਾਂ ਕੋ ਬਿਨਸਤ ਬਾਰ ਨਾ ਕਾਈ। ਇਹੋ ਸੁਪਨਾ ਸੋਵਤ ਨਹੀਂ ਜਾਣਾ, ਅਚੇਤ ਵਿਵਸਥਾ ਮਹਿ ਲਪਟਾਨਾ। ਕਵਨ ਕਾਜ ਮਾਇਆ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਸਤਿਗੁਰੂ ਗਰੀਬ ਨਵਾਜ। ਗੁਰੂ ਗ੍ਰੰਥ ਸਾਹਿਬ ਜੀਆਂ ਨੇ ਅੰਮ੍ਰਿਤ ਵੇਲੇ ਦੇ ਸੁਭਾਗੇ ਸਮੇਂ ਬਖਸ਼ਿਸ਼ ਕੀਤੇ। ਗੁਰੂ ਪਾਤਸ਼ਾਹ ਦੀ ਗੁਰਬਾਣੀ ਸਰਵਨ ਕਰਨ ਹਿਤ ਗੁਰਬਾਣੀ ਦੇ ਕੀਰਤਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਵਿੱਤਰ ਬਾਣੀ ਲੜੀਵਾਰ ਕਥਾ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਪਹੁੰਚੇ ਹਾਂ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸੋਹੀ ਮਹਲਾ ਪੰਜਵਾਂ। ਸੋਹੀ ਰਾਗ ਦਾ ਇਹ ਸ਼ਬਦ ਪੰਜਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ 740 ਅੰਗ ਦੇ ਉੱਪਰ ਇਹ ਸ਼ਬਦ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਹਨ, ਕਵਨ ਕਾਜ ਮਾਇਆ ਵਡਿਆਈ। ਸਤਿਗੁਰੂ ਕਹਿਣ ਲੱਗੇ ਇਹ ਜਿਹੜੀ ਮਾਇਆ ਦੀ ਵਡਿਆਈ ਹੈ, ਇਹ ਕਵਨ ਕਾਜ ਇਸ ਕਿਸ ਕੰਮ ਦੀ ਹੈ। ਮਾਇਆ ਇਕੱਠੀ ਕਰਕੇ ਵਡਿਆਈ ਤੇ ਪ੍ਰਾਪਤ ਕਰ ਲੈਂਦਾ ਹੈ ਕਿ ਇਹ ਮੈਨੂੰ ਮਾਣ ਮਿਲਿਆ ਹੈ, ਸਨਮਾਨ ਮਿਲਿਆ ਹੈ। ਪਰ ਪਾਤਸ਼ਾਹ ਕਹਿਣ ਲੱਗੇ ਕਵਨ ਕਾਜ ਇਹ ਵਡਿਆਈ ਕਿਸ ਕੰਮ ਆਈ ਹੈ। ਬਚਨ ਆਉਂਦਾ ਨੱਕ ਹੋ ਕਾਟੀ ਕੰਨ ਹੋ ਕਾਟੀ। ਦੁਨੀਆ ਦੇ ਵਿੱਚ ਕੁਝ ਕੰਮ ਕਰਨ ਵਾਸਤੇ ਲੋਕ ਆਖਦੇ ਮੈਂ ਆਪਣਾ ਨੱਕ ਰੱਖਣਾ ਹੈ, ਕੰਮ ਪਹੁੰਚ ਤੋਂ ਬਾਹਰ ਹੈ, ਪਰ ਮੈਂ ਕਰਨਾ ਜ਼ਰੂਰ ਹੈ, ਲੋਕ ਕੀ ਕਹਿਣਗੇ। ਤੇ ਜਦੋਂ ਉਹ ਕੰਮ ਕਰ ਲੈਂਦਾ, ਮੰਨ ਲਓ ਕਿ ਪੁੱਤਰ ਜਾਂ ਧੀ ਦਾ ਵਿਆਹ ਰੱਖਿਆ ਹੈ, ਮੈਂ ਵੱਡੇ ਪੈਲਸ ਵਿੱਚ ਕਰਾਂਗਾ, ਬਹੁਤਾ ਖਰਚਾ ਕਰਾਂਗਾ, ਮੈਂ ਦੁਨੀਆ ਨੂੰ ਵਿਖਾਉਣਾ ਚਾਹੁੰਦਾ ਹਾਂ ਵੀ ਮੇਰੇ ਕੋਲ ਕੀ ਹੈ। ਵੱਡਾ ਖਰਚਾ ਕਰਕੇ ਜਦੋਂ ਕਰ ਲਿਆ ਕਾਰਜ, ਹੁਣ ਸਾਰਿਆਂ ਦੇ ਕੋਲ ਜਾ ਕੇ ਖੜਦਾ ਹੈ ਵੀ ਹੁਣ ਰਿਸ਼ਤੇਦਾਰ ਮੇਰੇ ਸੰਬੰਧੀ ਮੈਨੂੰ ਕੀ ਕਹਿੰਦੇ। ਤੇ ਸੰਬੰਧੀਆਂ ਨੇ ਆਖਿਆ ਬੱਲੇ ਬੱਲੇ ਬੜਾ ਸੋਹਣਾ ਵਿਆਹ ਕੀਤਾ, ਬੜੇ ਸੋਹਣੇ ਪਕਵਾਨ ਬਣਾਏ, ਬਹਿ ਜਾ ਕਰਾ ਦਿੱਤੀ ਹੈ, ਇਸ ਤਰ੍ਹਾਂ ਦਾ ਤੇ ਕਿਸੇ ਨੇ ਨਹੀਂ ਕੀਤਾ ਹੈ। ਕੰਨਾਂ ਵਿੱਚ ਇਹ ਬਚਨ ਸੁਣ ਕੇ ਬੜਾ ਖੁਸ਼ ਹੋਇਆ, ਇਹੋ ਮੈਂ ਚਾਹੁੰਦਾ ਸੀ। ਨੱਕ ਹੋ ਕਾਟੀ ਕੰਨ ਹੋ ਕਾਟੀ। ਦੁਨੀਆ ਵਿੱਚ ਨੱਕ ਰੱਖਣ ਵਾਸਤੇ ਮਨੁੱਖ ਯਤਨ ਕਰਦਾ ਤੇ ਕੰਨਾਂ ਵਿੱਚ ਆਪਣੀ ਸਿਫਤ ਸੁਣਨ ਦਾ ਯਤਨ ਕਰਦਾ ਵੀ ਲੋਕ ਇਹ ਗੱਲ ਕਹਿਣ ਵੀ ਬੱਲੇ ਤੇਰੇ ਵਰਗਾ ਕੋਈ ਨਹੀਂ ਸੀ, ਜਾਂ ਤੇਰੇ ਵਰਗਾ ਕੰਮ ਕਿਸੇ ਨੇ ਕੀਤਾ ਨਹੀਂ ਹੈ। ਇਹ ਵਡਿਆਈ ਜਿਹੜੀ ਹੈ ਮਾਇਆ ਦੀ, ਮਹਾਰਾਜ ਕਹਿਣ ਲੱਗੇ ਕਵਨ ਕਾਜ ਇਹ ਕਿਹੜੇ ਕੰਮ ਆਈ। ਦੁਨੀਆ ਇਹ ਗੱਲ ਕਵੇ ਕਿ ਮੈਂ ਅਮੀਰ ਹਾਂ, ਭਾਵੇਂ ਕਰਜ਼ਾ ਚੁੱਕਣਾ ਪਵੇ, ਦੁਨੀਆ ਦੀ ਸ਼ਾਬਾਸ਼ੀ ਲੈਣ ਵਾਸਤੇ ਉਹ ਕੰਮ ਕੀਤਾ ਜਿਹੜਾ ਨਹੀਂ ਕਰ ਸਕਦਾ ਹੈ। ਮਹਾਰਾਜ ਕਹਿਣ ਲੱਗੇ ਮਾਇਆ ਵਡਿਆਈ ਕਵਨ ਕਾਜ। ਇਹ ਭਾਈ ਜਿਹੜੀ ਮਾਇਆ ਦੀ ਵਡਿਆਈ ਹੈ ਕਿਸੇ ਕੰਮ ਆਉਂਦੀ ਨਹੀਂ ਹੈ, ਇਹ 2-4 ਦਿਨਾਂ ਦਾ ਹੀ ਮੇਲਾ ਹੈ। ਇਸ ਵਡਿਆਈ ਨੇ, ਮਾਇਆ ਦੀ ਵਡਿਆਈ ਨੇ ਬਹੁਤਾ ਸਮਾਂ ਤੇਰੇ ਕੋਲ ਰਹਿਣਾ ਨਹੀਂ ਹੈ। ਜਾਂ ਕੋ ਬਿਨਸਤ ਬਾਰ ਨਾ ਕਾਈ। ਇਸ ਨੂੰ ਬਿਨਸਤ ਲੱਗਿਆ, ਨਾਸ ਹੋ ਲੱਗਿਆ, ਟਾਈਮ ਕੋਈ ਨਹੀਂ ਲੱਗਣਾ ਹੈ। ਬਾਲੂ ਭੀਤ ਬਨਾਈ ਰਚ ਪਚ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ। ਬਾਲੂ ਨਾਮ ਗੁਰਮੁਖੋ ਰੇਤ ਦਾ ਹੈ। ਰੇਤ ਦੀ ਕੰਧ ਕੋਈ ਬੰਦਾ ਬਣਾ ਲਵੇ, ਰੇਤ ਦਾ ਘਰ ਬਣਾ ਲਵੇ, ਪਰ 4 ਦਿਨ ਵੀ ਉਹ ਰਹਿਣਾ ਨਹੀਂ ਹੈ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਇਹ ਮਾਇਆ ਦੇ ਸੁੱਖ ਵੀ ਉਸ ਰੇਤ ਦੇ ਘਰ ਵਰਗੇ 4 ਕੁ ਦਿਨ ਦੇ ਨੇ, ਫਿਰ ਇਸ ਨੇ ਛੱਡ ਕੇ ਪਰੇ ਹੋ ਜਾਣਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਾਂ ਕੋ ਬਿਨਸਤ ਬਾਰ ਨਾ ਕਾਈ। ਇਸ ਮਾਇਆ ਨੂੰ ਨਾਸ ਹੁੰਦਿਆਂ ਜਾਂ ਤੈਨੂੰ ਛੱਡ ਕੇ ਜਾਂਦਿਆਂ ਇਸ ਨੇ ਟਾਈਮ ਨਹੀਂ ਲਾਉਣਾ ਹੈ, ਝਾਟੀ ਛੱਡ ਕੇ ਪਰੇ ਹੋ ਜਾਣਾ ਹੈ। ਝਾਟੀ ਇਸ ਮਾਇਆ ਨੇ ਤੈਨੂੰ ਧੋਖਾ ਦੇ ਦੇਣਾ ਹੈ। ਇਹ ਸਾਖੀਆਂ ਕਈ ਮਿਲ ਜਾਂਦੀਆਂ ਇਤਿਹਾਸ ਦੇ ਵਿੱਚ ਸਾਨੂੰ ਸਰਵਣ ਕਰਨ ਵਾਸਤੇ। ਬਾਦਸ਼ਾਹ ਸ਼ਾਹਜਹਾਨ ਹਿੰਦੁਸਤਾਨ ਦਾ ਅੱਜ ਮਾਲਕ ਹੈ, ਰਾਤੋਂ ਰਾਤ ਮਾਇਆ ਸਾਥ ਛੱਡ ਗਈ, ਕੈਦੀ ਬਣ ਗਿਆ। ਰਾਜਾ ਉਗਰਸੈਨ ਅੱਜ ਦੇਸ਼ ਦਾ ਮਾਲਕ ਹੈ, ਰਾਤੋਂ ਰਾਤ ਮਾਇਆ ਛੱਡ ਗਈ, ਅਗਲੇ ਦਿਨ ਜੇਲ੍ਹ ਵਿੱਚ ਪੈ ਗਿਆ। ਐਸੀਆਂ ਕਈ ਸਾਖੀਆਂ ਆਪਾਂ ਸਰਵਣ ਕਰ ਸਕਦੇ ਵੀ ਇਹ ਮਾਇਆ ਜਿਹੜੀ ਹੈ ਨਾ, ਇਸ ਦੇ ਬਿਨਸਤ ਲੱਗਿਆਂ ਢੇਰ ਨਹੀਂ ਲੱਗਦੀ ਹੈ। ਕਿਧਰੇ ਮਹਾਰਾਣੀ ਜਿੰਦਾ ਸੋਨਾ ਦਾਨ ਕਰਕੇ ਤੇ ਫਿਰ ਕੋਈ ਕੰਮ ਕਰਦੀ ਹੈ, ਤੇ ਕਿਧਰੇ ਸਮਾਂ ਆਉਂਦਾ ਤੇ ਜੰਗਲ ਦੇ ਵਿੱਚ ਨੰਗੇ ਪੈਰੀਂ ਦੌੜੀ ਜਾਂਦੀ ਹੈ।
ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਮਾਇਆ ਨੂੰ ਜਾਂਦਿਆਂ ਕੋਈ ਦੇਰੀ ਨਹੀਂ ਲੱਗਦੀ ਹੈ, ਝਟ ਨਾਸ ਹੋ ਜਾਂਦੀ ਹੈ। ਇਹੋ ਸੁਪਨਾ ਸੋਵਤ ਨਹੀਂ ਜਾਣੈ। ਮਹਾਰਾਜ ਕਹਿਣ ਲੱਗੇ ਇਹ ਸੰਸਾਰ ਇੱਕ ਸੁਪਨਾ ਹੈ। ਜਿਉ ਸੁਪਨਾ ਅਰ ਪੇਖਣਾ ਤੈਸੇ ਜਗ ਕੋ ਜਾਣ। ਜਿਵੇਂ ਸੁਪਨਾ ਵੇਖਣਾ ਹੈ ਇਸ ਤਰ੍ਹਾਂ ਸੰਸਾਰ ਨੂੰ ਜਾਣ ਲੈਣਾ ਕਰ। ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਕਹਿਣ ਲੱਗੇ ਇਹੋ ਸੁਪਨਾ, ਇਹ ਸੰਸਾਰ ਇੱਕ ਸੁਪਨਾ ਹੈ। ਸੋਵਤ ਨਹੀਂ ਜਾਣੈ, ਇਹ ਜੀਵ ਮੋਹ ਦੀ ਨੀਂਦ ਵਿੱਚ ਸੁਤਾ ਹੋਇਆ ਹੈ, ਜਾਣਦਾ ਨਹੀਂ ਹੈ। ਫਿਰ ਬਖਸ਼ਿਸ਼ ਕਰਦੇ ਹਨ ਇਹੋ ਸੁਪਨਾ ਸੋਵਤ ਨਹੀਂ ਜਾਣੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜਿਹੜਾ ਵਿਅਕਤੀ ਹੈ ਇਹ ਮੋਹ ਦੀ ਨੀਂਦ ਵਿੱਚ ਸੁਤਾ ਹੋਇਆ ਹੈ। ਸੰਸਾਰ ਰੂਪੀ ਸੁਪਨੇ ਨੂੰ ਇਸਨੇ ਸਮਝਿਆ ਨਹੀਂ ਹੈ। ਅਚੇਤ ਵਿਵਸਥਾ ਮੈਂ ਲਪਟਨ। ਅਚੇਤ ਵਿਵਸਥਾ ਦੇ ਵਿੱਚ ਪਿਆ ਹੋਇਆ ਹੈ। ਅਚੇਤ ਤੋਂ ਭਾਵ ਹੈ ਅਗਿਆਨਤਾ। ਅਗਿਆਨਤਾ ਦੇ ਵਿੱਚ ਪਿਆ ਹੋਇਆ ਲਪਟਾਨੈ, ਸੰਬੰਧੀਆਂ ਦੇ ਮੋਹ ਦੇ ਵਿੱਚ ਲੰਪਟ ਹੋ ਰਿਹਾ ਹੈ। ਅਗਿਆਨਤਾ ਕਰਕੇ ਸਾਖ ਸੰਬੰਧੀਆਂ ਦੇ ਮੋਹ ਦੇ ਵਿੱਚ ਲੰਪਟ ਹੋ ਰਿਹਾ ਹੈ, ਲੁਭਾਏਮਾਨ ਹੋ ਰਿਹਾ ਹੈ। ਐਸੀ ਇਸ ਦੀ ਹਾਲਤ ਹੈ। ਰਹਾਉ ਮਹਾ ਮੋਹਿ ਮੋਹਿਓ ਗਵਾਰਾ। ਸਤਿਗੁਰੂ ਕਹਿਣ ਲੱਗੇ ਇਹ ਜਿਹੜਾ ਗਵਾਰਾ ਬੇਸਮਝ ਵਿਅਕਤੀ ਹੈ ਨਾ, ਮੂਰਖ ਹੈ। ਮਹਾ ਮੋਹੇ, ਮਹਾ ਤੋਂ ਭਾਵ ਹੈ ਬਹੁਤਾ ਤੇ ਮੋਹੇ ਤੋਂ ਭਾਵ ਹੈ ਬੜਾ। ਬੜਾ ਬਹੁਤਾ ਮੋਹ ਜਿਹੜਾ ਹੈ ਇਸ ਮੂਰਖ ਨੂੰ ਲੱਗਾ ਹੋਇਆ। ਮੋਹ ਵੀ ਥੋੜਾ ਨਹੀਂ ਲੱਗਾ, ਮੋਹ ਬਹੁਤਾ ਲੱਗਾ ਹੋਇਆ। ਇਸ ਕਰਕੇ ਇਹ ਗਵਾਰ ਜਿਹੜਾ ਮੂਰਖ ਹੈ ਮਾਇਆ ਦੇ ਮੋਹ ਦੇ ਵਿੱਚ ਪੈ ਕੇ, ਸਾਖ ਸੰਬੰਧੀਆਂ ਦੇ ਮੋਹ ਵਿੱਚ ਪੈ ਕੇ ਮੋਹਿਆ ਹੋਇਆ ਹੈ। ਐਸੀ ਇਸ ਦੀ ਹਾਲਤ ਹੈ। ਪੇਖਤ ਪੇਖਤ ਊਠ ਸਿਧਾਰਾ। ਸਾਰਿਆਂ ਨੂੰ ਵੇਖਦਿਆਂ ਵੇਖਦਿਆਂ ਇੱਕ ਦਿਨ ਉਹ ਦਿਨ ਆ ਜਾਣਾ ਜਦੋਂ ਉੱਠ ਕੇ ਸੰਸਾਰ ਤੋਂ ਚਲੇ ਜਾਣਾ ਹੈ। ਜਿਹੜੇ ਸਾਖ ਸੰਬੰਧੀ ਰਿਸ਼ਤੇਦਾਰ ਦਿਸਦੇ ਪਏ ਨਾ, ਇਹਨਾਂ ਨੂੰ ਦੇਖਦਿਆਂ ਦੇਖਦਿਆਂ ਇੱਕ ਦਿਨ ਸਮਾਂ ਆਵੇਗਾ ਸਾਰਿਆਂ ਨੂੰ ਛੱਡ ਕੇ ਚਲਾ ਜਾਏਗਾ। ਕੋਈ ਵੀ ਇਹਦੇ ਨਾਲ ਨਹੀਂ ਨਿਭੇਗਾ। ਪੇਖਤ ਪੇਖਤ ਜਿਹੜੇ ਘਰ ਬਾਹਰ ਇਹ ਦੇਖਦਾ ਪਿਆ, ਜਾਇਦਾਦ ਇਹ ਦੇਖਦਾ ਪਿਆ ਹੈ, ਉਹ ਸਾਰੀ ਨੂੰ ਛੱਡ ਕੇ ਊਠ ਸੁਧਾਰਾ ਇਸ ਨੇ ਉੱਠ ਕੇ ਚਲੇ ਜਾਣਾ ਹੈ। ਊਚ ਤੇ ਊਚਤਾ ਕਾ ਦਰਬਾਰਾ। ਉਹ ਜਿਹੜਾ ਪਰਮੇਸ਼ਰ ਹੈ ਉਹਦਾ ਸਰੂਪ, ਦਰਬਾਰਾ ਕਹੀਏ, ਉਹਦਾ ਸਰੂਪ ਉੱਚਿਆਂ ਤੋਂ ਉੱਚਾ ਹੈ। ਉਹਦੇ ਵਰਗਾ ਸਰੂਪ ਕਿਸੇ ਦਾ ਨਹੀਂ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਦਰਬਾਰਾ ਤੋਂ ਭਾਵ ਹੈ ਸਤ ਸੰਗਤ ਰੂਪੀ ਇਹ ਦਰਵਾਜ਼ਾ, ਇਹ ਸਭ ਤੋਂ ਉੱਚਾ ਹੈ। ਕਿਉਂਕਿ ਇੱਥੇ ਸੰਗਤ ਵਿੱਚ ਪਰਮੇਸ਼ਰ ਵਸਦਾ ਹੈ। ਪਰਮੇਸ਼ਰ ਦੇ ਵਸਣ ਕਰਕੇ ਸਤ ਸੰਗਤ ਨੂੰ ਸਭ ਤੋਂ ਉੱਚਾ ਆਖਿਆ ਜਾਂਦਾ ਹੈ। ਸਤ ਸੰਗਤ ਰੂਪੀ ਦਰਵਾਜ਼ਾ ਉੱਚਾ ਹੈ। ਜਾਂ ਕਹਿ ਲਈਏ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਰੂਪ ਹੈ ਇਹ ਵੀ ਦਰਵਾਜ਼ਾ ਹੈ। ਸ੍ਰੀ ਹਰਿਮੰਦਰ ਸਾਹਿਬ ਰੂਪੀ ਦਰਵਾਜ਼ਾ ਇਹ ਵੀ ਸਭ ਤੋਂ ਉੱਚਾ ਹੈ। ਦੁਨੀਆ ਵਿੱਚ ਤੀਰਥ ਤੇ ਬੜੇ ਨੇ ਇਸ਼ਨਾਨ ਕਰਨ ਵਾਲੇ, ਵੇਖਣ ਵਾਲੇ, ਪਰ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਬਚਨ ਕਰਦੀ ਹੈ ਜਗ੍ਹਾ ਤੇ ਬੜੀਆਂ ਵੇਖੀਆਂ ਨੇ, ਬੜੇ ਬੜੇ ਧਾਰਮਿਕ ਸਥਾਨ ਵੇਖੇ, ਬੜੀ ਬੜੀ ਲੋਕਾਂ ਦੀ ਭੀੜ ਜੁੜਦੀ ਹੈ, ਪਰ ਅਸਲ ਬਚਨ ਇਹ ਹੈ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਆਪ ਜੀ ਦੇ ਸਥਾਨ ਵਰਗਾ ਕੋਈ ਦੂਜਾ ਹੈ ਹੀ ਨਹੀਂ ਹੈ। ਸੋ ਮਹਾਰਾਜ ਕਹਿਣ ਲੱਗੇ ਊਚ ਤੇ ਊਚ ਤਾਕਾ ਦਰਬਾਰਾ। ਉਸ ਦਾ ਜਿਹੜਾ ਇਹ ਹਰਿਮੰਦਰ ਸਾਹਿਬ ਰੂਪੀ ਦਰਬਾਰ ਹੈ ਇਹ ਸਾਰਿਆਂ ਤੋਂ ਉੱਚਾ ਹੈ, ਕਿਉਂਕਿ ਇਹਦੇ ਵਰਗਾ ਕੋਈ ਦੂਜਾ ਹੈ ਹੀ ਨਹੀਂ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਪਰਮਾਤਮਾ ਦਾ ਸਰੂਪ ਰੂਪੀ ਜਿਹੜਾ ਦਰਬਾਰ ਹੈ ਉਹ ਸਭ ਤੋਂ ਉੱਚਾ ਤੇ ਮਹਾਨ ਹੈ। ਕਈ ਜੰਤ ਬਿਨਾ ਹੈ ਉਪਾਰਾ। ਉਹ ਪਰਮਾਤਮਾ ਇੰਨਾ ਸਮਰੱਥ ਹੈ, ਕਈ ਜੀਵ ਪੈਦਾ ਕਰਦਾ ਹੈ ਤੇ ਕਈਆਂ ਨੂੰ
ਉਹ ਨਾਸ ਕਰ ਦਿੰਦਾ ਹੈ। ਬਣਾਉਣ ਵਾਲਾ ਵੀ ਆਪ, ਮਟਾਉਣ ਵਾਲਾ ਵੀ ਆਪ ਹੈ। ਕਈ ਜੰਤ ਉਪਾਰਾ, ਕਈਆਂ ਜੀਵਾਂ ਨੂੰ ਉਹ ਪੈਦਾ ਕਰਦਾ ਹੈ ਅਤੇ ਫਿਰ ਪੈਦਾ ਕਰਕੇ ਕਈਆਂ ਨੂੰ ਕਹਿ ਲਈਏ ਬਨਾਹੇ, ਫਿਰ ਉਹ ਨਾਸ ਕਰ ਦਿੰਦਾ, ਸਮੇਟ ਦਿੰਦਾ ਹੈ। ਐਸੇ ਉਹ ਕੌਤਕ ਕਰਦਾ ਹੈ। ਦੂਸਰ ਹੋਆ ਨਾ ਕੋ ਹੋਈ, ਪਰਮਾਤਮਾ ਵਰਗਾ ਦੂਜਾ ਨਾ ਕੋਈ ਹੋਇਆ ਹੈ। ਪਿਛਲੇ ਸਮੇਂ ਵਿੱਚ ਜਿਹੜਾ ਸਮਾਂ ਲੰਘ ਗਿਆ ਨਾ, ਉਹਦੇ ਵਿੱਚ ਪਰਮਾਤਮਾ ਵਰਗਾ ਕੋਈ ਦੂਜਾ ਹੋਇਆ ਹੀ ਨਹੀਂ। ਦੂਜਾ ਪਰਮਾਤਮਾ ਨਾ ਹੋਣ ਵਾਲੇ ਸਮੇਂ ਵਿੱਚ ਉਹਦੇ ਵਰਗਾ ਕੋਈ ਹੋਵੇਗਾ ਅਤੇ ਨਾ ਆਉਣ ਵਾਲੇ ਸਮੇਂ ਵਿੱਚ ਉਹਦੇ ਵਰਗਾ ਕੋਈ ਹੋਵੇਗਾ। ਨਾ ਕੋਈ ਹੋਇਆ ਹੈ, ਨਾ ਕਿਸੇ ਨੇ ਹੋਣਾ ਹੈ। ਐਸਾ ਉਹ ਅਕਾਲ ਪੁਰਖ ਹੈ। ਜਪ ਨਾਨਕ ਪ੍ਰਭ ਏਕੋ ਸੋਈ। ਇਸ ਕਰਕੇ ਭਾਈ ਉਸ ਇੱਕ ਦੇ ਨਾਮ ਨੂੰ ਜਪਨਾ ਕਰ, ਇੱਕ ਦੇ ਨਾਮ ਨੂੰ ਕਹਿਣਾ ਕਰ। ਤਾਂ ਹੀ ਸਤਿਗੁਰਾਂ ਨੇ ਲਿਖਿਆ ਇੱਕ ਓੰਕਾਰ। ਓੰਕਾਰ ਪਰਮਾਤਮਾ ਇੱਕ ਹੈ। ਉਸ ਇੱਕ ਦੇ ਨਾਮ ਨੂੰ ਜਪੇਗਾ ਤਾਂ ਤੇਰਾ ਪਾਰ ਉਤਾਰਾ ਹੋਣਾ ਹੈ। ਸੋਹੀ ਮਹੱਲਾ ਪੰਜਵਾਂ, ਸਿਮਰ ਸਿਮਰ ਤਾਂ ਕੋ ਹਉ ਜੀਵਾ। ਮਹਾਰਾਜ ਬਖਸ਼ਿਸ਼ ਕਰਦੇ, ਐ ਅਕਾਲ ਪੁਰਖ ਜੀ ਆਪ ਜੀ ਦੇ ਨਾਮ ਨੂੰ ਸਿਮਰ ਸਿਮਰ ਕੇ, ਸਿਮਰ ਤੋਂ ਭਾਵ ਹੈ ਯਾਦ ਕਰਨਾ। ਆਪ ਜੀ ਦੇ ਨਾਮ ਨੂੰ ਯਾਦ ਕਰ ਕਰਕੇ ਹਉ ਜੀਵਾ, ਮੇਰਾ ਜਿਉਣਾ ਹੁੰਦਾ ਹੈ। ਗੁਰਬਾਣੀ ਦਾ ਮਹਾਵਾਕ ਹੈ, ਆਖਾਂ ਜੀਵਾਂ ਵਿਸਰੈ ਮਰ ਜਾਓ। ਸੋ ਨਾਮ ਨੂੰ ਜਪ ਕੇ, ਨਾਮ ਨੂੰ ਕਹਿ ਕੇ ਮੇਰਾ ਜਿਉਣਾ ਹੈ, ਮੈਨੂੰ ਜ਼ਿੰਦਗੀ ਹੈ, ਇਹ ਨਾਮ ਨੂੰ ਜਪ ਕੇ ਮਿਲਦੀ ਹੈ। ਚਰਨ ਕਮਲ ਤੇਰੇ ਧੋਏ ਧੋਏ ਪੀਵਾ। ਆਪ ਜੀ ਦੇ ਜਿਹੜੇ ਸੁੰਦਰ ਚਰਨ ਨੇ ਕਮਲਾਂ ਵਰਗੇ, ਉਹਨਾਂ ਨੂੰ ਧੋ ਧੋ ਕੇ ਮੈਂ ਪੀਣਾ ਕਰਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੱਕ, ਜਾਂ ਕੁਝ ਸਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਤੱਕ, ਜਦੋਂ ਕਿਸੇ ਸਿੱਖ ਨੂੰ ਗੁਰੂ ਵਾਲਾ ਬਣਾਇਆ ਜਾਂਦਾ ਤੇ ਉਸ ਵੇਲੇ ਕੀ ਹੁੰਦਾ ਕਿ ਚਰਨਾਂ ਨੂੰ ਧੋ ਕੇ ਉਹ ਜਲ ਜਿਹੜਾ ਛਕਾਇਆ ਜਾਂਦਾ, ਆਖਿਆ ਜਾਂਦਾ ਵੀ ਚਰਨਾਂ ਅੰਮ੍ਰਿਤ ਦਿੱਤਾ ਹੈ, ਇਹ ਹੁਣ ਗੁਰੂ ਵਾਲਾ ਬਣ ਗਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਮਰਿਆਦਾ ਨੂੰ ਬਦਲ ਕੇ ਫਿਰ ਖੰਡੇ ਬਾਟੇ ਦੀ ਮਰਿਆਦਾ ਨੂੰ ਸ਼ੁਰੂ ਕੀਤਾ ਵੀ ਅੱਜ ਤੋਂ ਬਾਅਦ ਇਹ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਇਆ ਕਰੇਗਾ। ਸੋ ਮਹਾਰਾਜ ਕਹਿਣ ਲੱਗੇ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ। ਆਪ ਜੀ ਦੇ ਕਮਲਾਂ ਵਰਗੇ ਸੁੰਦਰ ਚਰਨ, ਉਹਨਾਂ ਨੂੰ ਧੋ ਕੇ ਪੀ ਕੇ ਮੈਂ ਗੁਰੂ ਵਾਲਾ ਬਣਦਾ ਹਾਂ। ਮੇਰੀ ਮਨਮੁਖਤਾਈ ਦੀ ਮਹਿਲ ਉਤਰਦੀ ਹੈ। ਫਿਰ ਬਖਸ਼ਿਸ਼ ਕਰਦੇ ਹਨ। ਚਰਨ ਕਮਲ ਤੇਰੇ ਧੋਏ ਧੋਏ ਪੀਵਾ। ਆਪ ਜੀ ਦੇ ਜਿਹੜੇ ਚਰਨ ਹਨ, ਇਹ ਦਵੈਸ਼ ਰੂਪੀ ਮੈਲ ਨੂੰ ਧੋਣ ਵਾਲੇ ਨੇ। ਜਿਹੜੀ ਦਵੈਸ਼ ਹੈ ਨਾ, ਈਰਖਾ ਵਿਅਕਤੀ ਦੇ ਮਨ ਵਿੱਚ ਪੈਦਾ ਹੋ ਜਾਂਦੀ ਹੈ। ਕੋਈ ਕਿੰਨਾ ਵੀ ਕਹਿ ਦੇਵੇ ਕਿ ਮੈਂ ਬੜਾ ਦੁੱਧ ਨਹਾਤਾ ਹਾਂ, ਪਰ ਕਿਤੇ ਨਾ ਕਿਤੇ ਈਰਖਾ ਦਾ ਅੰਸ਼ ਰਹਿ ਹੀ ਜਾਂਦਾ ਹੈ। ਉਸ ਈਰਖਾ ਨੂੰ ਧੋਣ ਵਾਸਤੇ, ਦਵੈਸ਼ ਨੂੰ ਧੋਣ ਵਾਸਤੇ ਮੈਂ ਆਪ ਜੀ ਦੇ ਚਰਨਾਂ ਨੂੰ ਧੋਂਦਾ ਹਾਂ। ਤੁਹਾਡੇ ਜਦੋਂ ਚਰਨਾਂ ਦੇ ਧੋਣ ਦੀ ਸੇਵਾ ਕਰਦਾ ਹਾਂ ਤੇ ਮੇਰੇ ਅੰਦਰੋਂ ਈਰਖਾ ਦੀ ਮੈਲ ਧੋਤੀ ਜਾਂਦੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀਆਂ ਦੇ ਕੋਲ ਸੇਵਾ ਕਰਦਾ ਨਾ ਭਾਈ ਜੋਗਾ ਜੀ, ਆਪਣੇ ਹੱਥ ਵਿੱਚ ਲੰਗਰ ਦੇ ਜੂਠੇ ਭਾਂਡੇ ਲੈ ਕੇ ਤੇ ਬੜੇ ਘੁੱਟ-ਘੁੱਟ ਕੇ ਚੰਗੀ ਤਰ੍ਹਾਂ ਮਾਂਜਦਾ ਹੈ। ਸਤਿਗੁਰੂ ਪਾਤਸ਼ਾਹ ਦੀ ਇੱਕ ਦਿਨ ਨਿਗਾਹ ਪੈ ਗਿਆ ਤੇ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਭਾਈ ਤੂੰ ਬਰਤਨ ਬੜੇ ਪ੍ਰੇਮ ਦੇ ਨਾਲ ਸਾਫ਼ ਕਰਦਾ, ਬੜਾ ਸਮਾਂ ਮਾਂਜਦਾ ਰਹਿੰਦਾ ਹੈ, ਮਨ ਵਿੱਚ ਕੀ ਵਿਚਾਰ ਰੱਖੇ ਨੇ? ਕਹਿਣ ਲੱਗਾ ਮਹਾਰਾਜ ਮੇਰੇ ਮਨ ਦਾ ਵਿਚਾਰ ਇਹ ਹੈ ਕਿ ਜਿਵੇਂ ਜਿਵੇਂ ਭਾਂਡੇ ਦੀ ਮੈਲ ਉਤਰਦੀ ਹੈ, ਉਵੇਂ ਉਵੇਂ ਮੇਰੇ ਮਨ ਦੀ ਮੈਲ ਉਤਰਦੀ ਹੈ। ਮੈਂ ਭਾਂਡਾ ਨਹੀਂ ਮਾਂਜਦਾ ਪਿਆ, ਮੈਂ ਆਪਣਾ ਮਨ ਮਾਂਜਦਾ ਪਿਆ ਹਾਂ। ਸਤਿਗੁਰੂ ਸੁਣ ਕੇ ਬੜੇ ਖੁਸ਼ ਹੋਏ, ਕਹਿਣ ਲੱਗੇ ਤੇਰਾ ਨਾਮ ਕੀ ਹੈ? ਕਹਿੰਦਾ ਜੀ ਮੇਰਾ ਨਾਮ ਜੋਗਾ ਹੈ। ਤੇ ਸਤਿਗੁਰਾਂ ਨੇ ਹੱਸ ਕੇ ਆਖਿਆ, ਕਹਿਣ ਲੱਗੇ ਫਿਰ ਤੂੰ ਕਿਹਦੇ ਜੋਗਾ ਹੈ? ਤੇ ਇਹਨੇ ਅੱਗੋਂ ਜਵਾਬ ਦਿੱਤਾ, ਮਹਾਰਾਜ ਮੈਂ ਤੁਹਾਡੇ ਜੋਗਾ ਹਾਂ। ਤੇ ਸਤਿਗੁਰੂ ਕਹਿਣ ਲੱਗੇ ਤੂੰ ਸਾਡੇ ਜੋਗਾ, ਫਿਰ ਅਸੀਂ ਤੇਰੇ ਜੋਗੇ ਹੋਏ। ਸੋ ਮਹਾਰਾਜ ਕਹਿਣ ਲੱਗੇ ਕਿ ਜਿਹੜੀ ਸੇਵਾ ਕਰਨੀ ਹੈ, ਗੁਰੂ ਦੇ ਚਰਨ ਧੋਣੇ ਨੇ,
ਇਹ ਈਰਖਾ ਰੂਪੀ ਮੈਲ ਨੂੰ ਧੋ ਦਿੰਦੇ ਹਨ। ਸੋ ਹਰ ਮੇਰਾ ਅੰਤਰਜਾਮੀ। ਉਹ ਜਿਹੜਾ ਹੈ ਪਰਮਾਤਮਾ ਉਹ ਅੰਤਰਜਾਮੀ ਹੈ, ਅੰਦਰ ਦੀ ਜਾਣਨ ਵਾਲਾ ਹੈ। ਉਸ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਹੈ, ਉਹ ਤੇਰੇ ਮਨ ਦੀ ਹਰੇਕ ਹਰਕਤ ਨੂੰ, ਹਰੇਕ ਗੱਲ ਨੂੰ ਸਮਝਦਾ ਹੈ। ਭਗਤ ਜਨਾ ਕੈ ਸੰਗ ਸੁਆਮੀ। ਉਹ ਭਗਤਾਂ ਦੇ ਸੰਗ ਹੈ ਸਦਾ ਵਾਸਤੇ। ਉਹ ਜਿਹੜਾ ਸੁਆਮੀ ਮਾਲਕ ਹੈ ਨਾ ਭਾਈ, ਉਹ ਹਮੇਸ਼ਾ ਵਾਸਤੇ, ਸਦਾ ਵਾਸਤੇ ਆਪਣੇ ਭਗਤਾਂ ਦੇ ਸੰਗ ਰਹਿੰਦਾ ਹੈ। ਇਸ ਲੋਕ ਦੇ ਵਿੱਚ ਔਰ ਪਰਲੋਕ ਦੇ ਵਿੱਚ ਗੁਰ ਮੇਰੇ ਸੰਗ ਸਦਾ ਹੈ ਨਾਲੇ। ਬਹਾਦਰ ਬਿਧੀ ਚੰਦ ਨੇ ਆਖਿਆ ਨਾ ਭੱਠ ਵਾਲੇ ਨੂੰ ਕਿ ਆਪਣੀ ਕੜਾਈ ਉੱਪਰੋਂ ਲਾਓ ਤੇ ਮੈਂ ਭੱਠ ਵਿੱਚ ਬੈਠਣਾ ਹੈ। ਭੱਠੀ ਵਾਲਾ ਕਹਿਣ ਲੱਗਾ ਵੀ ਬਾਹਰ ਤੇ ਬਚ ਸਕਦਾ, ਪਰ ਬਲਦੇ ਭੱਠ ਦੇ ਅੰਗਿਆਰ ਤੇ ਅੱਗ ਨੇ ਤੈਨੂੰ ਛੱਡਣਾ ਕੋਈ ਨਹੀਂ ਹੈ। ਤੇ ਬਹਾਦਰ ਬਿਧੀ ਚੰਦ ਕਹਿਣ ਲੱਗੇ ਵੀ ਗੁਰ ਮੇਰੇ ਸੰਗ ਸਦਾ ਹੈ ਨਾਲੇ, ਮੇਰਾ ਗੁਰੂ ਮੇਰੇ ਸਦਾ ਨਾਲ ਹੈ, ਮੇਰੀ ਰੱਖਿਆ ਹੋਵੇਗੀ। ਔਰ ਇਸ ਤਰ੍ਹਾਂ ਬੈਠ ਗਏ, ਗੁਰੂ ਨੇ ਰੱਖਿਆ ਕੀਤੀ ਹੈ। ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਉਹ ਜੋ ਪਰਮੇਸ਼ਰ ਹੈ ਆਪਣੇ ਭਗਤਾਂ ਦੇ ਸਦਾ ਅੰਗ ਸੰਗ ਹੈ। ਰਹਾਉ ਸੁਣ ਸੁਣ ਅੰਮ੍ਰਿਤ ਨਾਮ ਧਿਆਵਾ। ਆਪ ਜੀ ਦਾ ਜਿਹੜਾ ਅੰਮ੍ਰਿਤ ਨਾਮ ਹੈ ਉਸ ਨੂੰ ਸੁਣ ਕੇ ਤੇ ਮੈਂ ਧਿਆਉਂਦਾ ਹਾਂ। ਸਾਡਾ ਸਰੀਰ ਇੱਕ ਭਾਂਡਾ ਹੈ, ਭਾਂਡੇ ਵਿੱਚ ਜਿਹੜੀ ਚੀਜ਼ ਪਹਿਲਾਂ ਪਾਓਗੇ ਨਿਕਲਣੀ ਉਹੀ ਹੈ। ਮੰਨ ਲਓ ਵੀ ਅਸੀਂ ਜੱਗ ਦੇ ਵਿੱਚ ਦੁੱਧ ਪਾਇਆ ਨਾ, ਤੇ ਜੇ ਅਸੀਂ ਗਲਾਸ ਭਰਨਾ ਹੈ ਤੇ ਜੱਗ ਵਿੱਚੋਂ ਦੁੱਧ ਹੀ ਵਾਪਸ ਨਿਕਲੇਗਾ। ਜੇ ਪਾਣੀ ਪਾਇਆ ਤੇ ਪਾਣੀ ਨਿਕਲੇਗਾ। ਪਰ ਇਸ ਤਰ੍ਹਾਂ ਨਹੀਂ ਕਦੇ ਹੁੰਦਾ ਹੈ ਵੀ ਜੱਗ ਵਿੱਚ ਅਸੀਂ ਪਾਈਏ ਪਾਣੀ ਤੇ ਮੁੜ ਕੇ ਆਖੀਏ ਵੀ ਇਹਦੇ ਵਿੱਚ ਦੁੱਧ ਨਿਕਲ ਆਵੇ। ਸਤਿਗੁਰੂ ਕਹਿਣ ਲੱਗੇ ਸਰੀਰ ਤੇਰਾ ਭਾਂਡਾ ਹੈ, ਕੰਨਾਂ ਦੇ ਦੁਆਰਾ ਜਿਹੜੀਆਂ ਗੱਲਾਂ ਸੁਣਦਾ ਪਿਆ ਇਸ ਭਾਂਡੇ ਵਿੱਚ ਵਸਤੂ ਪੈਂਦੀ ਪਈ ਹੈ, ਤੇ ਜ਼ੁਬਾਨ ਦੇ ਰਾਹੀਂ ਉਹੀ ਗੱਲ ਬਾਹਰ ਨਿਕਲੇਗੀ ਜਿਹੜੀ ਕੰਨਾਂ ਨਾਲ ਸੁਣੀ ਹੈ ਨਾ। ਜ਼ੁਬਾਨ ਉਸੇ ਗੱਲ ਨੂੰ ਬਾਹਰ ਕੱਢਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੁਣ ਸੁਣ ਅੰਮ੍ਰਿਤ ਨਾਮ, ਮੈਂ ਇਹਨਾਂ ਕੰਨਾਂ ਦੇ ਨਾਲ ਤੇਰੇ ਅੰਮ੍ਰਿਤ ਨਾਮ ਨੂੰ ਸੁਣਦਾ ਹਾਂ। ਜਦੋਂ ਮੈਂ ਅੰਮ੍ਰਿਤ ਨਾਮ ਨੂੰ ਸੁਣਾਂਗਾ ਫਿਰ ਧਿਆਵਾ, ਫਿਰ ਉਸੇ ਨਾਮ ਨੂੰ ਮੈਂ ਧਿਆਉਂਦਾ ਹਾਂ। ਕਿਉਂਕਿ ਸੁਣਿਆ ਜੋ ਨਾਮ ਹੈ, ਜੱਗ ਵਿੱਚ ਪਾਇਆ ਦੁੱਧ ਹੈ ਤੇ ਦੁੱਧ ਨਿਕਲਿਆ ਹੈ, ਕੰਨਾਂ ਵਿੱਚ ਪਾਈ ਹੈ ਬਾਣੀ ਤੇ ਜ਼ੁਬਾਨ ਵਿੱਚੋਂ ਵੀ ਬਾਣੀ ਨਿਕਲੀ ਹੈ। ਸੁਣ ਸੁਣ ਅੰਮ੍ਰਿਤ ਨਾਮ, ਆਪ ਜੀ ਦੇ ਅੰਮ੍ਰਿਤ ਨਾਮ ਨੂੰ ਸੁਣ ਸੁਣ ਕੇ ਫਿਰ ਮੈਂ ਉਸ ਨੂੰ ਧਿਆਉਂਦਾ ਹਾਂ। ਆਠ ਪਹਿਰ ਤੇਰੇ ਗੁਣ ਗਾਵਾਂ। ਮੈਂ ਆਪ ਜੀ ਦੇ ਗੁਣ 8 ਪਹਿਰ ਗਾਉਂਦਾ ਹਾਂ। ਵਿਦਵਾਨਾਂ ਦਾ ਕਥਨ ਹੈ 3 ਘੰਟਿਆਂ ਦਾ ਇੱਕ ਪਹਿਰ ਮੰਨਿਆ ਜਾਂਦਾ ਹੈ। 3 ਘੰਟਿਆਂ ਦਾ ਇੱਕ ਪਹਿਰ ਹੋਇਆ, ਇੱਥੇ 8 ਪਹਿਰ ਦੀ ਗੱਲ ਕੀਤੀ ਹੈ। 8 ਤੀਆ 24, 24 ਘੰਟੇ। ਆਪਾਂ ਅੱਜ ਦੀ ਭਾਸ਼ਾ ਵਿੱਚ, ਕਿਉਂਕਿ ਨੌਜਵਾਨ ਪੀੜ੍ਹੀ ਨੂੰ ਇਹ ਨਹੀਂ ਪਤਾ ਵੀ ਪਹਿਰ ਕਿੰਨੇ ਟਾਈਮ ਦਾ ਹੁੰਦਾ ਹੈ, ਪਰ ਘੰਟਿਆਂ ਦਾ ਸਾਨੂੰ ਪਤਾ ਹੈ। ਮਹਾਰਾਜ ਕਹਿਣ ਲੱਗੇ 8 ਪਹਿਰ, 3 ਘੰਟਿਆਂ ਦਾ ਪਹਿਰ ਹੋਇਆ ਤੇ 24 ਘੰਟੇ ਬਣ ਜਾਂਦੇ। ਕਹਿਣ ਲੱਗੇ ਵੀ 8 ਪਹਿਰ ਤੇਰੇ ਗੁਣ ਗਾਵਾਂ, ਮੈਂ 8 ਪਹਿਰ ਜਿਹੜੇ ਹਨ ਉਹ ਆਪ ਜੀ ਦੇ ਗੁਣ 24 ਘੰਟੇ ਗਾਉਂਦਾ ਰਵਾਂ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਮੇਰੇ ਮਨ ਵਿੱਚ ਇਹ ਚਾਹ ਬਣਿਆ ਰਵੇ ਕਿ ਮੈਂ ਚਾਹ ਦੇ ਨਾਲ ਆਪ ਜੀ ਦੇ ਗੁਣ ਗਾਉਣਾ ਕਰਾਂ। ਪੇਖ ਪੇਖ ਲੀਲਾ ਮਨ ਆਨੰਦਾ। ਆਪ ਜੀ ਦੀ ਲੀਲਾ ਵੇਖ ਕੇ, ਲੀਲਾ ਕਹੀਏ ਕੌਤਕ, ਤੁਹਾਡੇ ਜਦੋਂ ਮੈਂ ਕੌਤਕ ਦੇਖਦਾ ਹਾਂ ਤੇ ਮੇਰੇ ਮਨ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਲੀਲਾ ਕੀ ਦੇਖਣੀ ਹੈ? ਜਦੋਂ ਅਸੀਂ ਕੰਨਾਂ ਦੇ ਵਿੱਚ ਕਿਸੇ ਗ੍ਰੰਥ ਨੂੰ ਪੜ੍ਹ ਕੇ ਤੇ ਸੁਣਦੇ ਹਾਂ, ਉਹਦੇ ਵਿੱਚ ਲਿਖਿਆ ਜਾਂਦਾ ਵੀ ਫਲਾਣੇ ਸਮੇਂ ਗੁਰੂ ਪਾਤਸ਼ਾਹ ਨੇ ਇਹ ਕੰਮ ਕੀਤਾ ਸੀ। ਰਾਤ ਨੂੰ ਦੀਵਾਨ ਸਜਦਾ ਨਾ ਆਪਣੇ ਇਸ ਗੁਰਦੁਆਰਾ ਸਾਹਿਬ ਵਿਖੇ 10 ਗੁਰੂਆਂ ਦੇ ਇਤਿਹਾਸ ਦੀ ਕਥਾ ਆਪਾਂ ਸੁਣਦੇ ਹਾਂ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਚੱਲਦਾ ਪਿਆ, ਉਹਦੇ ਵਿੱਚ ਬਚਨ ਆਉਂਦੇ ਵੀ ਸਤਿਗੁਰਾਂ ਨੂੰ ਸੰਗਤ ਮਿਲਣ ਆਈ, ਮਹਾਰਾਜ ਨੇ ਇਹ ਕੌਤਕ ਵਰਤਾਇਆ। ਸੰਗਤ ਮਿਲਣ ਆਈ, ਮਹਾਰਾਜ ਨੇ ਇਹ ਬਚਨ ਕੀਤੇ, ਸਤਿਗੁਰੂ ਪਾਤਸ਼ਾਹ ਜੀ ਜਦੋਂ ਮੈਂ ਆਪ ਜੀ ਦੀ ਲੀਲਾ ਕੰਨਾਂ ਦੇ ਦੁਆਰਾ ਸੁਣਦਾ ਹਾਂ ਤੇ ਉਸ ਲੀਲਾ ਦਾ ਚਿੱਤਰ ਮੇਰੇ ਸਾਹਮਣੇ ਬਣ ਜਾਂਦਾ ਹੈ ਕਿ ਮਹਾਰਾਜ ਇਸ ਤਰ੍ਹਾਂ ਫਿਰ ਕਰਦੇ ਹੋਣਗੇ। ਇਸ ਤਰ੍ਹਾਂ ਕਰਕੇ ਮੇਰੇ ਮਨ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਗੁਣ ਅਪਾਰ ਪ੍ਰਭ ਪਰਮਾਨੰਦਾ। ਉਸ ਪਰਮ ਆਨੰਦ ਸਰੂਪ ਪ੍ਰਮਾਤਮਾ ਦੇ ਵਿੱਚ ਅਪਾਰ ਗੁਣ ਨੇ, ਬੇਅੰਤ ਗੁਣਾਂ ਦਾ ਮਾਲਕ ਹੈ।
ਉਹਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ। ਜਾਂ ਕੈ ਸਿਮਰਨ ਕਛ ਭਉ ਨ ਵਿਆਪੈ। ਸਤਿਗੁਰੂ ਕਹਿਣ ਲੱਗੇ ਉਸ ਪ੍ਰਮਾਤਮਾ ਦਾ ਸਿਮਰਨ ਕਰਕੇ, ਸਿਮਰਨ ਤੋਂ ਭਾਵ ਵੀ ਯਾਦ ਕਰਕੇ, ਜਦੋਂ ਰੱਬ ਨੂੰ ਯਾਦ ਕਰੇਗਾ, ਖੁਦਾ ਨੂੰ ਯਾਦ ਕਰੇਗਾ, ਅੱਲਾ ਨੂੰ ਯਾਦ ਕਰੇਗਾ, ਵਾਹਿਗੁਰੂ ਨੂੰ ਯਾਦ ਕਰਦਾ ਹੈ, ਕਛ ਭਉ ਨ ਵਿਆਪੈ, ਫਿਰ ਡਰ ਨਹੀਂ ਲੱਗਦਾ। ਹੁਣ ਤੇ ਅਸੀਂ ਦੁਨੀਆ ਤੋਂ ਡਰਦੇ, ਫਲਾਣਾ ਕੀ ਕਰੇਗਾ, ਫਲਾਣਾ ਕੀ ਕਵੇਗਾ, ਇਹ ਡਰ ਬਣਿਆ ਹੋਇਆ। ਫਿਰ ਮੌਤ ਦਾ ਡਰ ਬਣਿਆ ਹੋਇਆ, ਜਨਮਾਂ ਦਾ ਡਰ ਬਣਿਆ ਹੋਇਆ। ਪਰ ਮਹਾਰਾਜ ਕਹਿੰਦੇ ਜਦੋਂ ਸਿਮਰਨ ਕਰੇਗਾ ਨਾ, ਸਾਰੇ ਤੇਰੇ ਡਰ ਖਤਮ ਹੋ ਜਾਣੇ ਹਨ। ਸਦਾ ਸਦਾ ਨਾਨਕ ਹਰਿ ਜਾਪੈ। ਸਦਾ ਸਦਾ ਵਾਸਤੇ ਉਸ ਦੇ ਨਾਮ ਨੂੰ ਜਪਿਆ ਕਰ। ਜਿੰਨਾ ਚਿਰ ਤੇਰੇ ਕੋਲ ਉਮਰਾ ਹੈ, ਜਿੰਨਾ ਚਿਰ ਤੇਰੇ ਕੋਲ ਸਮਾਂ ਹੈ, ਇੱਕ ਛਿਣ ਵੀ ਉਹਦੇ ਵਿੱਚੋਂ ਨਾ ਗਵਾ। ਜਿੰਨਾ ਹੋ ਸਕਦਾ ਹੈ ਉਹਦੇ ਨਾਮ ਨੂੰ ਜਪ ਕੇ ਆਪਣਾ ਭਲਾ ਕਰਨਾ ਕਰ। ਸੋਹੀ ਮਹੱਲਾ ਪੰਜਵਾਂ। ਗੁਰ ਕੈ ਬਚਨ ਹਿਰਦੈ ਧਿਆਨ ਧਾਰੀ। ਸਤਿਗੁਰੂ ਬਖਸ਼ਿਸ਼ ਕਰਦੇ, ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੇ ਬਚਨਾਂ ਦੁਆਰਾ, ਗੁਰੂ ਦਾ ਬਚਨ ਕੀ ਹੈ? ਗੁਰੂ ਦਾ ਉਪਦੇਸ਼। ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਵਿੱਚ ਮੰਨ ਕੇ ਫਿਰ ਉਹਨਾਂ ਨੇ ਧਿਆਨ ਧਾਰਿਆ ਹੈ। ਗੁਰੂ ਨੇ ਆਖਿਆ ਭਾਈ ਇਸ ਤਰ੍ਹਾਂ ਧਿਆਨ ਧਾਰੋ, ਜਾਂ ਇਸ ਤਰ੍ਹਾਂ ਕਮਾਈ ਕਰੋ, ਤੇਰਾ ਭਲਾ ਹੋ ਜਾਏਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਨ੍ਹਾਂ ਨੇ ਗੁਰੂ ਦਾ ਬਚਨ ਮੰਨ ਕੇ ਗੁਰੂ ਦੇ ਧਿਆਨ ਨੂੰ ਧਾਰਿਆ ਹੈ, ਉਹ ਗੁਰਮੁਖ ਸਫਲੇ ਹੋ ਗਏ, ਉਹਨਾਂ ਦੀ ਕਮਾਈ ਸਫਲੀ ਹੋ ਗਈ। ਇੱਕ ਸਿੱਖ ਨੇ ਆਖਿਆ, ਮਹਾਰਾਜ ਸ਼ੁਕਰਾਨਾ ਕੀ ਹੁੰਦਾ, ਭਲਾ ਕੀ ਹੁੰਦਾ, ਆਪ ਜੀ ਕਿਰਪਾ ਕਰਕੇ ਦੱਸੋ। ਤੇ ਸਤਿਗੁਰੂ ਪਾਤਸ਼ਾਹ ਨੇ ਕੌਤਕ ਵਿਖਾਇਆ, ਇੱਕ ਵਿਅਕਤੀ ਜਿਹੜਾ ਨਾ, ਉਹ ਕੰਬਲ ਚੁੱਕ ਕੇ ਦੌੜਿਆ ਆਉਂਦਾ, ਮਗਰ ਉਹਦੇ ਕੁਝ ਵਿਅਕਤੀ ਲੱਗੇ ਹੋਏ ਉਹਨੂੰ ਫੜਨ ਵਾਲੇ। ਦੌੜਿਆ ਦੌੜਿਆ ਤੁਰਿਆ ਆ ਰਿਹਾ, ਰਸਤੇ ਵਿੱਚ ਇੱਕ ਸਾਧੂ ਬੈਠਾ ਤੇ ਉਹ ਕੰਬਲ ਉਹਨੇ ਉਹਦੇ ਅੱਗੇ ਰੱਖ ਦਿੱਤਾ। ਕੰਬਲ ਰੱਖ ਕੇ ਆਪ ਅੱਗੇ ਦੌੜ ਗਿਆ। ਜਦੋਂ ਵੇਖਿਆ ਵੀ ਹੁਣ ਮੇਰਾ ਬਚਾਅ ਹੋ ਗਿਆ, ਜਿਹੜੇ ਮੇਰੇ ਪਿੱਛੇ ਆਉਂਦੇ ਸਨ ਉਹ ਵਾਪਸ ਮੁੜ ਗਿਆ, ਹੁਣ ਮੈਨੂੰ ਖਤਰਾ ਕੋਈ ਨਹੀਂ ਹੈ। ਵਿਅਕਤੀ ਵਾਪਸ ਮੁੜਿਆ, ਜਿਹੜੇ ਮਹਾਤਮਾ ਦੇ ਅੱਗੇ ਕੰਬਲ ਰੱਖ ਕੇ ਗਿਆ ਉਹ ਚੁੱਕ ਲਿਆ, ਚੁੱਕ ਕੇ ਤੇ ਆਪਣੇ ਘਰ ਨੂੰ ਚਲਾ ਗਿਆ। ਸਤਿਗੁਰੂ ਕਹਿਣ ਲੱਗੇ, ਸਾਧੂ ਇਸ ਤਰ੍ਹਾਂ ਦਾ ਹੁੰਦਾ ਹੈ, ਜੇ ਕੋਈ ਦੇ ਕੇ ਗਿਆ ਹੈ ਤੇ ਉਹਦੇ ਵਿੱਚ ਵੀ ਉਹਨੂੰ ਕੋਈ ਬਹੁਤੀ ਖੁਸ਼ੀ ਨਹੀਂ ਹੈ, ਕੋਈ ਲੋਭ ਨਹੀਂ ਹੈ ਵੀ ਬੱਲੇ ਬੱਲੇ ਬੜੀ ਚੰਗੀ ਗੱਲ, ਕੰਬਲ ਮਿਲ ਗਿਆ। ਜੇ ਕੋਈ ਪੈ ਨੂੰ ਚੁੱਕ ਕੇ ਲੈ ਗਿਆ ਹੈ ਤੇ ਉਹਦੇ ਵਿੱਚ ਵੀ ਗਮ ਕੋਈ ਨਹੀਂ ਹੈ ਕਿ ਮੈਨੂੰ ਘਾਟਾ ਪੈ ਗਿਆ ਹੈ। ਇਹ ਸਾਧੂ ਦੀ ਅਵਸਥਾ ਹੋਇਆ ਕਰਦੀ ਹੈ। ਜਿਹਨੂੰ ਘਾਟੇ ਕਰਕੇ ਦੁੱਖ ਹੋਵੇ, ਲਾਭ ਕਰਕੇ ਸੁੱਖ ਹੋਵੇ, ਉਹ ਸੰਸਾਰੀ ਵਿਅਕਤੀ ਹੈ। ਤੇ ਜਿਹੜਾ ਇਹਨਾਂ ਗੱਲਾਂ ਤੋਂ ਪਰੇ ਹੋ ਜਾਵੇ, ਚਲਾ ਜਾਵੇ ਤਾਂ ਵੀ ਘਾਟਾ ਕੋਈ ਨਹੀਂ, ਆ ਜਾਵੇ ਤਾਂ ਵੀ ਲਾਭ ਕੋਈ ਨਹੀਂ, ਉਹਨੂੰ ਸਾਧੂ ਆਖਿਆ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਬਚਨ ਇਹ ਹੈ, ਗੁਰ ਕੈ ਬਚਨ ਹਿਰਦੈ ਧਿਆਨ ਧਾਰੀ। ਗੁਰੂ ਪਾਤਸ਼ਾਹ ਨੇ ਐਸਾ ਬਚਨ ਦ੍ਰਿੜ ਕਰਵਾ ਕੇ ਉਹ ਸਿੱਖ ਨੂੰ ਉਪਦੇਸ਼ ਦਿੱਤਾ ਵੀ ਸਾਧੂ ਇਸ ਤਰ੍ਹਾਂ ਦਾ ਹੁੰਦਾ ਹੈ। ਇਸ ਤਰ੍ਹਾਂ ਗੁਰੂ ਦੇ ਬਚਨ ਨੂੰ ਹਿਰਦੇ ਵਿੱਚ ਦ੍ਰਿੜ ਕਰਕੇ ਜਿਨ੍ਹਾਂ ਨੇ ਧਿਆਨ ਧਾਰਿਆ ਹੈ। ਰਸਨਾ ਜਾਪ ਜਪੋ ਬਨਵਾਰੀ। ਬਨ ਨਾਮ ਜੰਗਲ ਦਾ ਹੈ, ਜਾਂ ਬਨ ਨਾਮ ਬਾਗ ਦਾ ਹੈ। ਬਾਗ ਦਾ ਮਾਲਕ ਕੌਣ ਹੁੰਦਾ? ਬਾਗ ਦਾ ਮਾਲਕ ਮਾਲੀ ਹੈ। ਮਹਾਰਾਜ ਕਹਿਣ ਲੱਗੇ, ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਨਾ, ਇਹ ਵੀ ਇੱਕ ਬਾਗ ਹੀ ਹੈ। ਇਸ ਬਾਗ ਦਾ ਮਾਲਕ ਹੈ ਪਰਮਾਤਮਾ। ਤਾਂ ਉਹਨੂੰ ਕਿਹਾ ਜਾਂਦਾ ਹੈ, ਸਾਚੀ ਲਿਵੈ ਬਿਨ ਦੇਹ ਨਮਾਣੀ, ਦੇਹ ਨਮਾਣੀ ਲਿਵੈ ਬਾਜੋਂ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਏ, ਨਾਹੀ ਕਿਰਪਾ ਕਰ ਬਨਵਾਰੀਆ। ਉਹਨੂੰ ਬਨਵਾਰੀ ਤਾਂ ਕਿਹਾ ਜਾਂਦਾ ਹੈ। ਬਨ ਨਾਮ ਬਾਗ ਦਾ ਹੈ ਤੇ ਵਾਰੀ ਨਾਮ ਜਿਹੜਾ ਮਾਲਕ ਹੈ, ਬਾਗ ਨੂੰ ਪਾਲਣ ਵਾਲਾ, ਬਾਗ ਨੂੰ ਪਾਲਦਾ ਮਾਲੀ, ਸੰਸਾਰ ਨੂੰ ਪਾਲਦਾ ਪਰਮਾਤਮਾ। ਤਾਂ ਉਹਨੂੰ ਕਿਹਾ ਜਾਂਦਾ ਤੂੰ ਬਨਵਾਰੀ ਹੈ। ਮਹਾਰਾਜ ਕਹਿਣ ਲੱਗੇ, ਰਸਨਾ ਜਾਪ ਜਪੋ ਬਨਵਾਰੀ। ਉਹ ਜਿਹੜਾ ਸੰਸਾਰ ਰੂਪੀ ਬਾਗ ਦਾ ਮਾਲਕ ਹੈ ਨਾ ਪਰਮਾਤਮਾ, ਉਹਦੇ ਜਾਪ ਨੂੰ ਰਸਨਾ ਦੇ ਨਾਲ ਜਪਣਾ ਕਰ, ਆਪਣੀ ਜ਼ੁਬਾਨ ਦੇ ਨਾਲ ਉਹਦੇ ਨਾਮ ਨੂੰ ਜਪਿਆ ਕਰ। ਕਈ ਵਾਰੀ ਅਸੀਂ ਸਵਾਲ ਕਰ ਦਿੰਦੇ ਹਾਂ ਵੀ ਨਾਮ ਕਿਵੇਂ ਜਪਣਾ ਚਾਹੀਦਾ ਹੈ, ਬਾਣੀ ਕਿਵੇਂ ਪੜ੍ਹਨੀ ਚਾਹੀਦੀ ਹੈ। ਸਤਿਗੁਰੂ ਸਾਡੇ ਸਵਾਲ ਦਾ ਜਵਾਬ ਉੱਤਰ ਦਿੰਦੇ ਕਹਿਣ ਲੱਗੇ, ਰਸਨਾ ਦੇ ਨਾਲ, ਜ਼ੁਬਾਨ ਦੇ ਨਾਲ ਉਹਦੇ ਜਾਪ ਨੂੰ ਜਪਿਆ ਕਰ। ਆਪਣੀ ਜ਼ੁਬਾਨ ਦੇ ਨਾਲ ਆਖਿਆ ਕਰ, ਆਪਣੇ ਕੰਨਾਂ ਨੂੰ ਸੁਣਾ ਕੇ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤਾਂ ਤੇਰੇ ਜਾਪ ਜਪਣ ਦਾ ਤੈਨੂੰ ਲਾਭ ਮਿਲੇਗਾ। ਐਸੀ ਬਖਸ਼ਿਸ਼ ਕਰਦੇ ਹਨ। ਸਫਲ ਮੂਰਤ ਦਰਸ਼ਨ ਬਲਿਹਾਰੀ। ਸਤਿਗੁਰਾਂ ਦੇ ਦਰਸ਼ਨ ਕਰਨੇ ਜਿਹੜੇ ਨਾ, ਸਤਿਗੁਰਾਂ ਦੀ ਜਿਹੜੀ ਮੂਰਤੀ ਸਰੂਪ ਉਹ ਸਫਲਾ ਹੈ। ਹਰ ਅੰਮ੍ਰਿਤ ਭਿੰਨੀ ਦੇਹੋਰੀ ਮਹਾਰਾਜ ਦੇ ਬਚਨ ਹਨ। ਮਨ ਪ੍ਰੇਮ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਕਹਿਣ ਲੱਗੇ, ਸਫਲ ਮੂਰਤ ਪਰਮਾਤਮਾ ਦੀ ਜਿਹੜੀ ਮੂਰਤੀ ਸਰੂਪ ਹੈ ਨਾ, ਉਹ ਭਾਈ ਸਫਲ ਹੈ, ਸੰਪੂਰਨ ਹੈ। ਉਸ ਦੇ ਦਰਸ਼ਨ ਕਰ, ਦਰਸ਼ਨ ਕਰਕੇ ਉਹ ਤੋਂ ਬਲਿਹਾਰ ਜਾਣਾ ਕਰ, ਕੁਰਬਾਨ ਜਾਣਾ ਕਰ, ਸਦਕੇ ਜਾਣਾ ਕਰ। ਚਰਨ ਕਮਲ ਮਨ ਪ੍ਰਾਨ ਆਧਾਰੀ। ਜਿਹੜੇ ਪ੍ਰਮਾਤਮਾ ਦੇ ਚਰਨ ਕਮਲਾਂ ਵਰਗੇ ਸੁੰਦਰ ਨੇ, ਉਹਨਾਂ ਚਰਨ ਕਮਲਾਂ ਦੇ ਆਸਰੇ ਆਪਣੇ ਮਨ ਨੂੰ ਕਰ ਲਾ। ਤੇਰੇ ਮਨ ਨੂੰ ਆਸਰਾ ਚਰਨਾਂ ਕਮਲਾਂ ਦਾ ਰਹੇ, ਤੇਰੇ ਮਨ ਨੂੰ, ਤੇਰੇ ਪ੍ਰਾਣਾਂ ਨੂੰ ਆਸਰਾ ਵੀ ਉਹਦਾ ਹੀ ਰਹੇ। ਬੇਨਤੀ ਕਰ ਸਤਿਗੁਰੂ ਜੀ, ਮੇਰੇ ਮਨ ਔਰ ਮੇਰੇ ਜਿਹੜੇ ਪ੍ਰਾਣ ਨੇ, ਜਿਹੜੇ ਮੇਰੇ ਸਵਾਸ ਨੇ, ਮੇਰੇ ਸਵਾਸਾਂ ਨੂੰ ਵੀ ਤੁਹਾਡਾ ਹੀ ਆਸਰਾ ਹੈ। ਤੁਸੀਂ ਆਸਰਾ ਦਿੱਤਾ ਤੇ ਤਾਂ ਇਹ ਸਾਹ ਚੱਲਦੇ ਪਏ। ਮੇਰੇ ਮਨ ਨੂੰ ਵੀ ਤੁਹਾਡਾ ਆਸਰਾ ਹੈ। ਮੈਂ ਮਨ ਕਰਕੇ, ਪ੍ਰਾਣ ਕਰਕੇ ਆਪ ਜੀ ਦਾ ਆਧਾਰੀ ਕਹੀਏ, ਆਸਰੇ ਹਾਂ। ਆਪ ਜੀ ਦੇ ਸੁੰਦਰ ਚਰਨ ਕਮਲਾਂ ਵਰਗੇ ਹਨ। ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ। ਜਿਹੜੇ ਸਾਧ ਸੰਗਤ ਵਿੱਚ ਆ ਕੇ ਮਿਲੇ, ਸਾਧ ਸੰਗਤ ਵਿੱਚ ਆ ਕੇ ਜੰਮਣ ਮਰਨ ਨੂੰ ਨਿਵਾਰ ਦਈਦਾ, ਪਰੇ ਕਰ ਦਈਦਾ ਹੈ। ਜੰਮਣ ਮਰਨ ਮੁੱਕ ਜਾਂਦਾ ਹੈ। ਸਾਧ ਸੰਗ ਜਨਮ ਮਰਨ ਨਿਵਾਰੀ। ਸਾਧ ਸੰਗਤ ਵਿੱਚ ਬੈਠ ਕੇ ਬਚਨ ਸੁਣ ਕੇ ਬਚਨ ਦੀ ਕਮਾਈ ਕਰੇਗਾ, ਤੇਰਾ ਜੰਮਨ ਮਰਨ ਨਿਵਰਤ ਹੋ ਜਾਏਗਾ, ਦੂਰ ਹੋ ਜਾਂਦਾ ਹੈ। ਅੰਮ੍ਰਿਤ ਕਥਾ ਸੁਣ ਕਰਨ ਆਧਾਰੀ। ਇਸ ਕਰਕੇ ਜਿਹੜੀ ਅੰਮ੍ਰਿਤ ਕਥਾ ਹੈ, ਅੰਮ੍ਰਿਤ ਕਥਾ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਆਪਾਂ ਸੁਣਦੇ ਪਏ, ਇਹ ਹੈ ਗੁਰਮੁਖੋ ਅੰਮ੍ਰਿਤ ਕਥਾ। ਇਸ ਅੰਮ੍ਰਿਤ ਕਥਾ ਨੂੰ ਆਪਣੇ ਕੰਨਾਂ ਵਿੱਚ ਸੁਣਨਾ ਕਰ। ਸੁਣ ਕਰਨ ਵਿਚਾਰੀ, ਆਪਣੇ ਕੰਨਾਂ ਵਿੱਚ ਸੁਣ ਕੇ ਆਧਾਰੀ ਕਹੀਏ, ਆਪਣਾ ਆਸਰਾ ਬਣਾ ਲਾ। ਇਹ ਜਿਹੜੇ ਤੇਰੇ ਕਰਨ ਕੰਨ ਨੇ, ਇਹਨਾਂ ਦੇ ਵਿੱਚ ਅੰਮ੍ਰਿਤ ਕਥਾ, ਗੁਰੂ ਦੇ ਬਚਨ ਸੁਣ ਕੇ ਇਹਨਾਂ ਬਚਨਾਂ ਨੂੰ ਆਪਣਾ ਆਧਾਰ ਬਣਾਉਣਾ ਕਰ। ਕਾਮ ਕ੍ਰੋਧ ਲੋਭ ਮੋਹ ਤਜਾਰੀ। ਸਤਿਗੁਰੂ ਛੱਡਣਾ ਕੀ ਚਾਹੀਦਾ ਹੈ? ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਇਹ ਗੁਰਬਾਣੀ ਦਾ ਬਚਨ ਹੈ। ਕਿਸੇ ਸਿੱਖ ਨੇ ਪੁੱਛਿਆ, ਮਹਾਰਾਜ ਕੀ ਛੱਡੀਏ, ਛੱਡਣਾ ਕੀ ਚਾਹੀਦਾ? ਸਤਿਗੁਰੂ ਕਹਿਣ ਲੱਗੇ, ਤਿਆਗਣਾ ਤਿਆਗਣ ਨੀਕਾ। ਛੱਡਣ ਵਾਲੀਆਂ ਚੀਜ਼ਾਂ ਵਿੱਚੋਂ ਸਭ ਤੋਂ ਚੰਗੀ ਵਸਤੂ ਇਹ ਛੱਡਣੀ ਹੈ ਜੋ ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਇਹ ਜਿਹੜੇ 5 ਵਿਕਾਰ ਛੱਡਣੇ ਨਾ, ਇਹ ਸਭ ਤੋਂ ਚੰਗੀ ਵਸਤੂ ਛੱਡਣ ਵਾਲੀ ਹੈ। ਸਤਿਗੁਰੂ ਕਹਿਣ ਲੱਗੇ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਇਹ ਜਿਹੜੇ 5 ਵਿਕਾਰ ਨੇ, ਇਹਨਾਂ ਨੂੰ ਤਿਆਰੀ ਕਹੀਏ, ਤਜ ਦੇਣਾ ਕਰ, ਛੱਡ ਦੇਣਾ ਕਰ, ਇਹਨਾਂ ਨੂੰ ਪਰੇ ਕਰਨਾ ਕਰ। ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ। ਸਤਿਗੁਰੂ ਬਖਸ਼ਿਸ਼ ਕਰਦੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਇਹ ਆਪਣਾ ਜਿਹੜਾ ਫੈਸਲਾ ਹੈ, ਇਸ ਨੂੰ ਦ੍ਰਿੜ ਕਰ ਲਾ। ਗਰਮੀ ਜਾਵੇ, ਸਰਦੀ ਜਾਵੇ, ਕਿਸੇ ਤਰ੍ਹਾਂ ਦੀ ਢਿੱਲ ਮੱਠ ਹੋ ਜਾਵੇ, ਮੇਰੇ ਇਸ਼ਨਾਨ ਵਿੱਚ ਨਾ ਫਰਕ ਪਵੇ, ਇਹ ਨਿਤਨੇਮ ਹੈ। ਇਹ ਨਹੀਂ ਹੈ ਵੀ ਅੱਜ ਨੀਂਦ ਨਹੀਂ ਆਉਂਦੀ ਪਈ, ਚਲੋ ਉੱਠ ਕੇ ਇਸ਼ਨਾਨ ਕਰ ਲਈਏ, ਅੱਜ ਬਹੁਤੀ ਨੀਂਦ ਆਉਂਦੀ ਪਈ ਹੈ, ਸੁੱਤੇ ਰਹੀਏ। ਇਹ ਨਿਤਨੇਮ ਨਹੀਂ ਹੈ। ਨਿਤਨੇਮ ਤੋਂ ਭਾਵ ਹੈ ਰੋਜ਼ ਦਾ ਇੱਕ ਨੇਮ। ਉਸ ਵੇਲੇ ਭਾਵੇਂ 100 ਘੜਾ ਘਿਓ ਦਾ ਕਿਉਂ ਨਾ ਰੁੜ ਜਾਵੇ, ਉਹਦੀ ਫਿਕਰ ਨਾ ਕਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਸ਼ਨਾਨ ਕਰਨਾ ਅੰਮ੍ਰਿਤ ਵੇਲੇ ਦਾ, ਉਹ ਤੇਰਾ ਪੱਕਾ ਸਮਾਂ ਹੈ, ਇਸ ਨੂੰ ਦ੍ਰਿੜ ਕਰ ਲਾ। ਦੂਜਾ ਬਚਨ ਹੈ, ਇਸ਼ਨਾਨ ਕਰਨ ਤੋਂ ਮਗਰੋਂ ਅਸੀਂ ਕੀ ਕਰਦੇ ਹਾਂ? ਬਹੁਤੇ ਜਿਹੜੇ ਲੋਕ ਨੇ ਉਹ ਵੇਖੇ ਜਾਂਦੇ ਨੇ ਇਸ਼ਨਾਨ ਕਰਕੇ ਸੌਂ ਜਾਂਦੇ, ਦੁਬਾਰਾ ਫਿਰ ਰਜਾਈ ਵਿੱਚ ਵੜ ਜਾਂਦੇ ਕਿ ਮਹਾਰਾਜ ਨੇ ਇਸ਼ਨਾਨ ਕਰਨ ਵਾਸਤੇ ਆਖਿਆ, ਉਹ ਮੈਂ ਕਰ ਲਿਆ ਹੈ। 2 ਵਜੇ ਉੱਠੇ, ਇਸ਼ਨਾਨ ਕੀਤਾ, ਫਿਰ ਲੇਫ ਲਿਆ ਤੇ ਸੌਂ ਗਏ। ਨਹੀਂ, ਮਹਾਰਾਜ ਕਹਿਣ ਲੱਗੇ, ਇਸ਼ਨਾਨ ਕਰਕੇ ਸੌਣਾ ਨਹੀਂ ਹੈ, ਇਸ਼ਨਾਨ ਕਰਕੇ ਫਿਰ ਨਾਮ ਜਪਣਾ ਹੈ। ਦੂਜਾ ਬਚਨ ਆ ਗਿਆ, ਦ੍ਰਿੜ ਨਾਮ, ਨਾਮ ਨੂੰ ਜਪ। ਨਾਮ ਨੂੰ ਜਪੇਗਾ ਤੇ ਤੇਰਾ ਇਸ਼ਨਾਨ ਕੀਤਾ ਤਾਂ ਸਫਲਾ ਹੋਣਾ ਹੈ। ਜੇ ਨਾਮ ਨਹੀਂ ਜਪਿਆ ਤੇ ਇਕੱਲੇ ਇਸ਼ਨਾਨ ਦਾ ਵੀ ਕੁਝ ਨਹੀਂ ਬਣਨਾ ਹੈ। ਇਸ ਕਰਕੇ ਇਸ਼ਨਾਨ ਤੋਂ ਕਰਨ ਤੋਂ ਉਪਰੰਤ ਦ੍ਰਿੜ ਨਾਮ, ਨਾਮ ਨੂੰ ਜਪ।
ਅਗਲਾ ਬਚਨ ਮਹਾਰਾਜ ਨੇ ਆਖਿਆ ਦਾਨ ਕਰਨਾ। ਜਥਾ ਸ਼ਕਤ, ਜਿਹੜੀ ਤੂੰ ਮਿਹਨਤ ਕਰਦਾ, ਕਮਾਈ ਕਰਦਾ ਹੈ, ਉਹਦੇ ਵਿੱਚੋਂ ਦਾਨ ਕਰਿਆ ਕਰ। ਕਈ ਲੋਕ ਹੁੰਦੇ, ਪਰਮਾਤਮਾ ਮਾਇਆ ਤੇ ਬੜੀ ਦਿੰਦਾ ਹੈ, ਵਪਾਰ ਦੇ ਰਾਹੀਂ, ਕੰਮਕਾਰ ਦੇ ਰਾਹੀਂ, ਪਰ ਉਹਦੇ ਵਿੱਚੋਂ ਕੱਢ ਨਹੀਂ ਸਕਦੇ, ਦੇ ਨਹੀਂ ਸਕਦੇ ਹਾਂ। ਉਹਨਾਂ ਨੂੰ ਕੀ ਕਿਹਾ ਜਾਏਗਾ? ਉਹਨਾਂ ਨੂੰ ਕਿਹਾ ਜਾਂਦਾ ਉਹ ਕੰਜੂਸ ਹੈ। ਪਰ ਜੇ ਤੂੰ ਆਪਣਾ ਦਸਵੰਧ ਨਹੀਂ ਕੱਢੇਗਾ ਤੇ ਸ਼ਾਸਤਰਾਂ ਦੇ ਬਚਨ ਇਹ ਨੇ, ਜੋ ਬਾਬੇ ਕੇ ਦਾਮ ਨਾ ਦੈ ਹੈ ਤਿਨ ਕੇ ਗਹਿ ਬਾਬਰ ਕੇ ਲੈ ਹੈ। ਸਤਿਗੁਰਾਂ ਨੇ ਬਚਨ ਲਿਖਿਆ, ਜਿਹੜੇ ਦਸਵੰਧ ਕੱਢ ਕੇ ਗਰੀਬ ਦੇ ਵਿੱਚ ਜਾਂ ਲੋੜਵੰਦ ਨੂੰ ਨਹੀਂ ਦੇਣਗੇ, ਉਹਨਾਂ ਦੀ ਜਿਹੜੀ ਬਹੁਤੀ ਮਾਇਆ ਹੈ ਉਹ ਬਾਬਰ ਕੇ ਲੈ ਜਾਂਦੇ। ਬਾਬਰ ਕਿਆਂ ਤੋਂ ਭਾਵ ਕੀ ਹੈ ਕਿ ਬਿਮਾਰੀ ਲੱਗ ਗਈ, ਚਲੋ ਡਾਕਟਰਾਂ ਦੇ ਕੋਲ ਲੈਣਾ ਲੱਗੀਆਂ, ਲੁਟਾਈ ਚਲੋ ਜਿੰਨੀ ਮਰਜ਼ੀ ਮਾਇਆ। ਜਾਂ ਫਿਰ ਕੋਈ ਇਹੋ ਜਿਹਾ ਕੇਸ ਬਣ ਗਿਆ ਆ ਕੇ ਵੀ ਕਚਹਿਰੀਆਂ ਦੇ ਵਿੱਚ ਵਕੀਲਾਂ ਦੇ ਕੋਲ ਡੁੱਲ ਗਏ, ਮਾਇਆ ਨਿਕਲ ਤੇ ਜਾਂਦੀ ਹੈ ਪਰ ਨਿਕਲੀ ਮਾੜੇ ਪਾਸੇ ਹੀ ਹੈ। ਸੋ ਮਹਾਰਾਜ ਕਹਿਣ ਲੱਗੇ, ਇਸ ਕਰਕੇ ਜਿਹੜੀ ਤੂੰ ਕਿਰਤ ਕਮਾਈ ਕਰਦਾ ਹੈ, ਉਸ ਕਿਰਤ ਕਮਾਈ ਦੇ ਵਿੱਚੋਂ ਦਾਨ ਕਰਿਆ ਕਰ। ਦਾਨ ਕਰਕੇ ਆਪਣੀ ਕਮਾਈ ਨੂੰ ਸਫਲਾ ਕਰਿਆ ਕਰ। ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ। ਸੁਚਾਰੀ ਤੋਂ ਭਾਵ ਹੁੰਦਾ ਗੁਰਮੁਖੋ ਸੁਚਮਤਾਈ। ਸੁਚਮਤਾਈ ਹਮੇਸ਼ਾ ਰੱਖਣੀ ਹੈ, ਆਪਣੇ ਤਨ ਦੀ ਵੀ ਰੱਖਣੀ ਹੈ, ਆਪਣੇ ਮਨ ਦੀ ਵੀ ਸੁਚਮ ਰੱਖਣੀ, ਔਰ ਆਪਣੇ ਭੋਜਨ ਦੀ ਵੀ ਰੱਖਣੀ ਹੈ। ਕਦੇ ਵੀ ਝੂਠਾ ਭੋਜਨ, ਕਈ ਵਾਰੀ ਅਸੀਂ ਐਡੇ ਲੋਭੀ ਹੋ ਜਾਂਦੇ ਹਾਂ, ਸਾਡੇ ਮੂੰਹ ਦੇ ਵਿੱਚੋਂ ਗਿੱਠ ਲੰਮੀ ਲਾਲ ਡਿੱਗਦੀ ਹੈ ਦੂਜੇ ਦੀ ਥਾਲੀ ਵੱਲ ਵੇਖ ਕੇ, ਤੇ ਜੇ ਸਾਨੂੰ ਕਿਤੇ ਉਹ ਕਹਿ ਦੇਵੇ ਨਾ ਵੀ ਲੈ ਖਾ ਲਾ, ਤੇ ਝੱਟ ਹੀ ਅਸੀਂ ਕੁੱਤੇ ਵਾਂਗੂ ਚੱਟਣ ਲੱਗ ਪੈਂਦੇ ਵੀ ਮਿਲ ਗਈ ਹੈ ਤੇ ਖਾ ਲਈਏ। ਮਹਾਰਾਜ ਕਹਿੰਦੇ ਸੁਚਮ ਰੱਖਿਆ ਕਰ, ਬਿਲਕੁਲ ਭਾਂਡਾ ਮਾਂਜ ਕੇ ਸਾਫ਼ ਕਰਕੇ ਉਹਦੇ ਵਿੱਚ ਭੋਜਨ ਛਕ। ਕਿਸੇ ਦੀ ਝੂਠ ਨਾ ਖਾਇਆ ਕਰ, ਉਹ ਤੋਂ ਕਈ ਬਿਮਾਰੀਆਂ ਲੱਗ ਜਾਂਦੀਆਂ। ਝੂਠ ਖਾ ਕੇ ਉਹਦੇ ਔਗਣ ਤੇਰੇ ਵਿੱਚ ਆ ਜਾਣਗੇ। ਜਿਵੇਂ ਕਿਸੇ ਸਾਧੂ ਦਾ ਝੂਠਾ ਭੋਜਨ ਛਕੀਏ ਤੇ ਮਨੁੱਖ ਦੇ ਵਿੱਚ ਨਾਮ ਜਪਣ ਦੀ ਸ਼ਕਤੀ ਆਉਂਦੀ ਹੈ, ਬਲ ਆਉਂਦਾ। ਇਸੇ ਤਰ੍ਹਾਂ ਕਿਸੇ ਬਹੁਤਾ ਝੂਠ ਬੋਲਣ ਵਾਲੇ ਵਿਅਕਤੀ ਦੀ ਝੂਠ ਖਾਵੇਂਗਾ, ਤੇਰੇ ਵਿੱਚ ਝੂਠ ਦੀ ਆਦਤ ਆ ਜਾਣੀ। ਜਾਂ ਕਿਸੇ ਠੱਗੀ ਜਾਂ ਬੇਈਮਾਨ ਵਿਅਕਤੀ ਦਾ ਤੂੰ ਸੰਗ ਸਾਥ ਕਰੇਂਗਾ, ਉਹ ਸਾਰੇ ਔਗਣ ਤੇਰੇ ਵਿੱਚ ਆ ਜਾਣੇ। ਇਸ ਕਰਕੇ ਤਾਂ ਮਹਾਰਾਜ ਨੇ ਆਖਿਆ ਵੀ ਸਾਡਾ ਸਿੱਖ ਸੁਚਮ ਰੱਖੇ, ਸੁਚਮਤਾਈ ਦਾ ਪਹਿਰਾ ਰੱਖੇਗਾ ਤੇ ਫਿਰ ਗੱਲ ਪੂਰੀ ਬਣੇਗੀ। ਤੇ ਗੁਰਮੁਖੋ, ਜੇ ਪਹਿਰਾ ਹੋ ਗਿਆ ਢਿੱਲਾ, ਵੀ ਅਸੀਂ ਝੂਠੀਆਂ ਪਲੇਟਾਂ ਬਾਜ਼ਾਰਾਂ ਵਿੱਚ ਮਿਲਦੀਆਂ ਨਾ, ਰੇਹੜੀਆਂ 'ਤੇ ਖਲੋਤੇ ਹੋਏ, ਪੈਲਸਾਂ ਵਿੱਚ ਖਲੋਤੇ ਹੋਏ, ਉੱਥੇ ਸਾਨੂੰ ਖਾਣ ਵਾਲੀਆਂ ਵਸਤੂਆਂ ਚੰਗੀਆਂ ਲੱਗਦੀਆਂ, ਖਾਈ ਜਾਂਦੇ, ਪਰ ਸੁਚਮਤਾਈ ਕੋਈ ਨਹੀਂ ਹੈ। ਫਿਰ ਬਿਮਾਰੀ ਲਵਾ ਕੇ ਘਰ ਨੂੰ ਆ ਜਾਈਦਾ ਹੈ। ਸਤਿਗੁਰੂ ਕਹਿਣ ਲੱਗੇ, ਇਹ ਵੀ ਬਚਨ ਦੇ ਉੱਪਰ ਪੂਰਾ ਪਹਿਰਾ ਰੱਖਣਾ ਹੈ। ਕਹੋ ਨਾਨਕ ਇਹੋ ਤਤ ਵਿਚਾਰੀ। ਸਤਿਗੁਰੂ ਕਹਿਣ ਲੱਗੇ, ਭਾਈ ਇਹ ਤਤ ਦੀ ਅਸੀਂ ਵਿਚਾਰ ਕੀਤੀ ਹੈ। ਰਾਮ ਨਾਮ ਜਪ ਪਾਰ ਉਤਾਰੀ। ਜਿਨ੍ਹਾਂ ਨੇ ਰਾਮ ਦੇ ਨਾਮ ਨੂੰ ਜਪਿਆ, ਪਾਰ ਉਹ ਹੋਏ। ਇਹ ਜਿਹੜਾ ਸੰਸਾਰ ਹੈ ਨਾ, ਇਹਦੇ ਤੋਂ ਪਾਰ ਜਿੰਨੇ ਹੋਣਾ ਹੈ, ਉਹ ਕੇਵਲ ਤੇ ਕੇਵਲ ਨਾਮ ਜਪਣ ਵਾਲਾ ਹੈ। ਕਿਉਂਕਿ ਕਲਯੁਗ ਦੇ ਵਿੱਚ ਕੇਵਲ ਇੱਕੋ ਹੀ ਨਾਮ ਹੈ ਜਿਹਨੇ ਤੁਹਾਨੂੰ ਦੁਨੀਆ ਤੋਂ ਮੁਕਤ ਕਰਨਾ ਹੈ। ਨਾਮ ਤੋਂ ਬਿਨਾਂ ਹੋਰ ਬਾਕੀ ਜਿੰਨੇ ਕੰਮ ਮਰਜ਼ੀ ਕਰ ਲਾ, ਪੁੰਨ ਦਾਨ, ਤੀਰਥ ਯਾਤਰਾ, ਜਪ ਤਪ, ਇਹ ਤੈਨੂੰ ਮੁਕਤ ਨਹੀਂ ਕਰਨਗੇ। ਫਲ ਤੈਨੂੰ ਜ਼ਰੂਰ ਦੇਣਗੇ, ਕੋਈ ਸਮੇਂ ਵਾਸਤੇ ਸੁੱਖ ਮਿਲ ਜਾਏਗਾ, ਮੁਕਤੀ ਨਹੀਂ ਮਿਲੇਗੀ। ਮੁਕਤੀ ਨਾਮ ਜਪ ਕੇ ਹੈ। ਰਾਮ ਨਾਮ ਜਪ ਪਾਰੇ ਉਤਾਰੀ। ਨਾਮ ਜਪੇਗਾ ਪਾਰ ਹੋ ਜਾਏਗਾ। ਸੋਹੀ ਮਹੱਲਾ ਪੰਜਵਾਂ। ਲੋਭ ਮੋਹ ਮਗਨ ਅਪਰਾਧੀ। ਇਹ ਜਿਹੜਾ ਵਿਅਕਤੀ ਹੈ, ਇਹ ਲੋਭ ਤੇ ਮੋਹ ਦੇ ਵਿੱਚ ਮਗਨ ਹੋਇਆ ਪਿਆ। ਇਹ ਅਪਰਾਧੀ ਜੀਵ, ਅਪਰਾਧ ਕਰਨ ਵਾਲਾ, ਪਾਪ ਕਰਨ ਵਾਲਾ ਪਾਪੀ ਬੰਦਾ ਕਦੇ ਲੋਭ ਦੇ ਵਿੱਚ ਮਸਤ ਹੋ ਜਾਂਦਾ ਹੈ, ਕਦੇ ਮੋਹ ਦੇ ਵਿੱਚ ਮਸਤ ਹੋ ਜਾਂਦਾ ਹੈ। ਲੋਭ ਕੀ ਹੈ? ਜਿਹੜਾ ਪਦਾਰਥਾਂ ਦਾ ਜੋੜਨਾ ਹੈ, ਇਹ ਲੋਭ ਹੈ। ਮੋਹ ਕੀ ਹੈ? ਜਿਹੜਾ ਸਾਕ ਸੰਬੰਧੀਆਂ ਦਾ ਕਰਨਾ ਹੈ, ਜਿਵੇਂ ਭੈਣਾਂ ਭਰਾ, ਰਿਸ਼ਤੇਦਾਰ, ਪੁੱਤਰ ਧੀਆਂ, ਜਿਹੜਾ ਰਿਸ਼ਤੇਦਾਰਾਂ ਦੇ ਨਾਲ ਕਰਨਾ, ਇਹ ਮੋਹ ਹੈ। ਜਿਹੜਾ ਪਦਾਰਥਾਂ ਨੂੰ ਇਕੱਠੇ ਕਰਨਾ, ਇਹ ਲੋਭ ਹੈ। ਮਹਾਰਾਜ ਕਹਿੰਦੇ ਲੋਭ ਮੋਹ ਮਗਨ। ਮਗਨ ਤੋਂ ਭਾਵ ਹੁੰਦਾ ਮਸਤ ਹੋ ਜਾਣਾ, ਆਸੇ ਪਾਸੇ ਦੀ ਖਬਰ ਹੀ ਨਾ ਰਹਿ ਜਾਣੀ, ਇੰਨਾ ਮੋਹ ਵਿੱਚ ਪੈ ਜਾਣਾ, ਇੰਨਾ ਲੋਭ ਦੇ ਵਿੱਚ ਪੈ ਜਾਣਾ। ਮਹਾਰਾਜ ਕਹਿਣ ਲੱਗੇ ਲੋਭ ਤੇ ਮੋਹ ਦੇ ਵਿੱਚ ਪੈ ਕੇ ਫਿਰ ਅਪਰਾਧ ਕਰਦਾ ਹੈ। ਆਪਣੇ ਸਾਕ ਸੰਬੰਧੀਆਂ ਨੂੰ ਦੁੱਖ ਨਾ ਆਵੇ, ਉਹਨਾਂ ਵਾਸਤੇ ਫਿਰ ਪਾਪ ਕਰਨਾ ਪਵੇ ਤੇ ਕਰ ਜਾਂਦਾ ਹੈ।
ਜਾਂ ਲੋਭ ਦੇ ਨਾਲ ਬਹੁਤੀ ਇੱਛਾ ਵੱਡੀ ਰੱਖ ਕੇ ਕਈ ਤਰ੍ਹਾਂ ਦੇ ਪਾਪ ਕਰਦਾ ਹੈ। ਕਰਨਹਾਰ ਕੀ ਸੇਵ ਨਾ ਸਾਦੀ। ਉਹ ਜਿਹੜਾ ਪੈਦਾ ਕਰਨ ਵਾਲਾ ਪਰਮਾਤਮਾ ਹੈ ਉਹਦੀ ਕਦੇ ਸੇਵਾ ਨਹੀਂ ਕੀਤੀ, ਕਦੇ ਸਿਮਰਨ ਨਹੀਂ ਕੀਤਾ ਹੈ। ਪਤਿਤ ਪਾਵਨ ਪ੍ਰਭ ਨਾਮ ਤੁਮਾਰੇ। ਉਸ ਅਕਾਲ ਪੁਰਖ ਦਾ ਨਾਮ ਪਤਿਤ ਪਾਵਨ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਰਾਖ ਲਿਹੋ ਮੋਹਿ ਨਿਰਗੁਣ ਆਰੇ। ਇਸ ਕਰਕੇ ਹੈ ਸਤਿਗੁਰੂ ਕਿਰਪਾ ਕਰੋ, ਮੈਂ ਨਿਰਗੁਣੀਆਰਾ ਹਾਂ। ਨਿਰਗੁਣੀਆਰਾ ਉਹਨੂੰ ਕਹਿੰਦੇ ਜਿਹਦੇ ਵਿੱਚ ਗੁਣ ਕੋਈ ਨਾ ਹੋਵੇ। ਵੈਸੇ ਤੇ ਅਸੀਂ ਆਪਣੇ ਗੁਣਾਂ ਦੀ ਵੱਡੀ ਲਿਸਟ ਆਪਣੀ ਜੇਬ ਦੇ ਵਿੱਚ ਪਾਈ ਹੋਈ ਹੈ, ਸਾਰੇ ਥਾਵਾਂ ਤੇ ਆਪਣੇ ਗੁਣਾਂ ਦਾ ਹੀ ਵਿਖਿਆਨ ਕਰਦੇ ਹਾਂ। ਗੁਰੂ ਕੋਲ ਆ ਕੇ ਵੀ ਆਪਣੇ ਗੁਣ ਦੱਸਦੇ ਵੀ ਮੇਰੇ ਵਰਗਾ ਕੋਈ ਨਹੀਂ ਹੈ। ਪਰ ਮਹਾਰਾਜ ਕਹਿੰਦੇ ਬੇਨਤੀ ਕਰਿਆ ਕਰ ਸਤਿਗੁਰੂ, ਮੈਂ ਔਗਣੀਆਰਾ ਹਾਂ, ਮੇਰੇ ਵਿੱਚ ਗੁਣ ਕੋਈ ਨਹੀਂ, ਮੈਨੂੰ ਰੱਖ ਲੈਣਾ ਕਰੋ। ਰਹਾਓ ਤੂੰ ਦਾਤਾ ਪ੍ਰਭ ਅੰਤਰਜਾਮੀ। ਆਪ ਜੀ ਦਾਤੇ ਹੋ, ਆਪ ਜੀ ਅੰਤਰਜਾਮੀ ਹੋ। ਅੰਤਰਜਾਮੀ ਮਨ ਦੀ ਜਾਣਨ ਵਾਲੇ, ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈ। ਆਪ ਜੀ ਦਾਤੇ ਔਰ ਅੰਤਰਜਾਮੀ ਹੋ। ਕਾਚੀ ਦੇਹ ਮਾਨੁਖ ਅਭਿਮਾਨੀ। ਪਰ ਇਹ ਜਿਹੜਾ ਬੰਦਾ ਹੈ ਨਾ, ਇਹਦੀ ਜਿਹੜੀ ਦੇਹ ਹੈ, ਜਿਹੜਾ ਆਪਣਾ ਸਰੀਰ ਹੈ, ਮਹਾਰਾਜ ਕਹਿਣ ਲੱਗੇ ਇਹ ਤੇਰਾ ਸਰੀਰ ਕੱਚਾ ਭਾਂਡਾ ਹੈ ਤੇ ਕੱਚੇ ਭਾਂਡੇ ਦਾ ਕੋਈ ਭਰੋਸਾ ਨਹੀਂ। ਮਹਾਰਾਜ ਕਹਿੰਦੇ ਕੱਚਾ ਭਾਂਡਾ ਟੁੱਟਣ ਲੱਗਿਆ, ਕਾਚ ਗਗਰੀਆ, ਇਹ ਸਰੀਰ ਤੇਰਾ ਕੱਚੀ ਗਾਗਰ ਹੈ ਤੇ ਕੱਚੇ ਭਾਂਡੇ ਤੇ ਮੀਂਹ ਪਿਆ ਦੇ ਉਹ ਖੁਰ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਾਲ ਦਾ ਮੀਂਹ ਪਵੇਗਾ, ਕੱਚਾ ਭਾਂਡਾ ਸਰੀਰ ਖੁਰ ਜਾਣਾ ਹੈ। ਕਾਚੀ ਦੇਹ, ਇਹ ਦੇਹ ਤੇਰੀ ਕੱਚੀ ਹੈ, ਪਰ ਇਸ ਕੱਚੀ ਦੇਹ ਦੇ ਉੱਪਰ ਮਨੁੱਖ ਹੰਕਾਰ ਬੜਾ ਕਰਦਾ ਹੈ। 10-15 ਮੰਜ਼ਲਾ ਬਿਲਡਿੰਗ ਬਣੀ ਹੈ, ਪਰ ਬਣੀ ਤਾਂ ਕਿਉਂਕਿ ਉਹ ਪੱਕੀ ਹੈ। ਤੇ ਜੇ ਕੋਈ ਬੰਦਾ ਆਖੇ ਵੀ ਹੁਣ ਮੈਂ ਗਾਰੇ ਦੀ ਬਿਲਡਿੰਗ ਬਣਾ ਦਿਆਂ, ਮਿੱਟੀ ਲਾ ਲਾ ਕੇ 15 ਮੰਜ਼ਲਾ 15 ਮਾਲੇ ਬਣਾ ਦਿਆਂ, ਬਣਾਵੇਗਾ? ਜੇ ਬਣਾਵੇਗਾ ਥੱਲੇ ਵਾਲੇ ਥੱਲੇ ਹੀ ਫਿਸ ਜਾਣਗੇ, ਬਹਿ ਜਾਣਗੇ। ਇਸੇ ਤਰ੍ਹਾਂ ਇਹ ਤੇਰਾ ਜਿਹੜਾ ਸਰੀਰ ਹੈ ਇਹ ਕੱਚੀ ਇਮਾਰਤ ਹੈ, ਪਰ ਇਹਦੇ ਉੱਪਰ ਤੂੰ ਹੰਕਾਰ ਦਾ ਉੱਪਰ ਬੜਾ ਜ਼ੋਰ ਪਾ ਰਿਹਾ, ਹੰਕਾਰ ਦਾ ਭਾਰ ਪਾਉਂਦਾ ਪਿਆ। ਹੰਕਾਰ ਦਾ ਭਾਰ ਕੱਚੇ ਸਰੀਰ ਤੇ ਨਾ ਪਾਇਆ ਕਰ, ਇਹ ਪਤਾ ਨਹੀਂ ਕਦੋਂ ਇਸਨੇ ਫਿਸਲ ਜਾਣਾ, ਦਬ ਜਾਣਾ, ਧੱਸ ਜਾਣਾ, ਖਤਮ ਹੋ ਜਾਣਾ ਹੈ। ਪਰ ਕੱਚੀ ਦੇਹ ਦਾ ਮਨੁੱਖ ਨੂੰ ਹੰਕਾਰ ਬੜਾ ਹੈ। ਹਮ ਕੀਆ ਹਮ ਕਰਾਂਗੇ, ਐਸੀ ਹਾਲਤ ਇਸ ਦੀ ਬਣੀ ਹੈ। ਸੁਆਦ ਬਾਦ ਈਰਖ ਮਦ ਮਾਇਆ। ਸਤਿਗੁਰੂ ਕਹਿਣ ਲੱਗੇ ਇਸ ਕੱਚੀ ਦੇਹ ਦੇ ਵਿੱਚ ਪੈ ਕੇ ਨਾ, ਸਭ ਤੋਂ ਪਹਿਲਾਂ ਤੇ ਸਵਾਦ ਲੈਂਦਾ, ਜ਼ੁਬਾਨ ਦਾ ਸਵਾਦ। ਪਦਾਰਥਾਂ ਨੂੰ ਜ਼ੁਬਾਨ ਦੇ ਉੱਪਰ ਰੱਖ ਰੱਖ ਕੇ ਖਾਂਦਾ, ਜ਼ੁਬਾਨ ਦਾ ਸਵਾਦ ਆ ਜਾਂਦਾ। ਫਿਰ ਚਮੜੀ ਦਾ ਸਵਾਦ ਲੈਂਦਾ ਹੈ, ਆਪਣੇ ਸਰੀਰ ਦੇ ਨਾਲ ਸਪਰਸ਼ ਕਰਕੇ ਸਵਾਦ ਲੈਂਦਾ ਹੈ, ਕਦੇ ਸੁੰਘ ਕੇ ਸਵਾਦ ਲੈਂਦਾ ਹੈ। ਸੋ ਇਹ ਸਵਾਦ ਪਏ ਹੋਏ। ਦੂਜਾ ਬਚਨ ਬਾਦ, ਬਾਦ ਨਾਮ ਝਗੜਾ। ਫਿਰ ਝਗੜੇ ਬੜੇ ਕਰਦਾ, ਮੈਨੂੰ ਲੜਨਾ ਬੜਾ ਆਉਂਦਾ ਹੈ, ਮੈਨੂੰ ਕੁੱਟਮਾਰ ਕਰਨੀ ਬੜੀ ਆਉਂਦੀ ਹੈ, ਮੈਨੂੰ ਲੜਾਈਆਂ ਬੜੀਆਂ ਜਿੱਤਣੀਆਂ ਆਉਂਦੀਆਂ। ਜਾਂ ਕਈਆਂ ਲੋਕਾਂ ਨੂੰ ਇਹ ਵੀ ਮਾਣ ਹੁੰਦਾ ਵੀ ਮੈਨੂੰ ਤੇ ਮਿਹਣੇ ਬੜੇ ਦੇਣੇ ਆਉਂਦੇ, ਕੋਈ ਮੇਰੇ ਨਾਲ ਮੱਥਾ ਦੇ ਲਾਵੇ, ਮੈਂ ਇਹੋ ਜਿਹੀਆਂ ਮਾੜੀਆਂ ਗਾਲਾਂ ਦੇਵਾਂਗਾ, ਇਹੋ ਜਿਹਾ ਮਿਹਣੇ ਮਾਰਾਂਗਾ ਵੀ ਅਗਲੇ ਨੂੰ ਗੱਲ ਹੀ ਨਹੀਂ ਆਵੇਗੀ। ਇਹਦੇ ਵਿੱਚ ਵੀ ਆਪਣੀ ਇੱਜ਼ਤ ਸਮਝਦਾ ਵੀ ਮੈਂ ਬੜੇ ਵੱਡਾ ਮਾਰਕਾ ਮਾਰ ਲਿਆ ਹੈ। ਸਤਿਗੁਰੂ ਕਹਿਣ ਲੱਗੇ ਬਾਦ ਕਹੀਏ ਝਗੜਾ ਵੀ ਬੜਾ ਕਰਦਾ ਹੈ। ਤੀਸਰਾ ਬਚਨ ਹੈ ਈਰਖਾ, ਈਰਖਾ ਦਾ ਭਰਿਆ ਹੋਇਆ। ਮਾੜਾ ਜਿਹਾ ਛੇੜ ਕੇ ਵੇਖ ਲਓ, ਅੱਗ ਸਵਾਹ ਦੇ ਥੱਲੇ ਦੱਬੀ ਹੈ, ਸਵਾਹ ਨੂੰ ਮਾੜਾ ਜਿਹਾ ਪਾਸੇ ਕੀਤਾ, ਥੱਲਿਓਂ ਸੇਕ ਨਿਕਲ ਆਇਆ। ਅੰਦਰੋਂ ਈਰਖਾ ਦਾ ਭਰਿਆ ਹੋਇਆ, ਥੋੜਾ ਜਿਹਾ ਛੇੜਨ ਦੀ ਢੇਰ ਹੈ ਤੇ ਈਰਖਾ ਦੇ ਅੰਗਾਰ ਉਸੇ ਵੇਲੇ ਭਖਣ ਲੱਗ ਪੈਂਦੇ। ਤੇ ਮਹਾਰਾਜ ਕਹਿੰਦੇ ਚੌਥਾ ਬਚਨ ਮਦ, ਮਦ ਨਾਮ ਹੰਕਾਰ ਦਾ, ਹੰਕਾਰ ਵੀ ਬੜਾ ਹੈ। ਤੇ ਪੰਜਵਾਂ ਬਚਨ ਹੈ ਮਾਇਆ, ਫਿਰ ਮਾਇਆ ਦਾ ਮੋਹ ਵੀ ਬੜਾ ਹੈ। ਇਹ 5 ਬਚਨ ਮਹਾਰਾਜ ਨੇ ਲਿਖੇ, ਸਵਾਦ, ਬਾਦ, ਈਰਖ, ਮਦ, ਮਾਇਆ। ਇਹ ਸਾਰੇ ਔਗਣ ਇਸ ਕੱਚੀ ਦੇਹ ਵਿੱਚ ਚੁੱਕ ਕੇ ਤੁਰਿਆ ਫਿਰਦਾ ਹੈ। ਇਨ ਸੰਗ ਲਾਗ ਰਤਨ ਜਨਮ ਗਵਾਇਆ। ਇਹਦੇ ਨਾਲ ਲਾ ਕੇ ਰਤਨਾ ਵਰਗਾ ਸੋਹਣਾ ਮਨੁੱਖਾ ਜਨਮ ਇਸਨੇ ਗਵਾ ਲਿਆ ਹੈ। ਦੁਖ ਭੰਜਨ ਜਗ ਜੀਵਨ ਹਰ ਆਇਆ। ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਹਰੀ ਰਾਜਾ ਸਰੂਪ ਦੁੱਖਾਂ ਨੂੰ ਭੰਨ ਦੇਵੇਗਾ, ਉਹਦੇ ਨਾਮ ਨੂੰ ਜਪਿਆ ਕਰ। ਸਗਲ ਤਿਆਗ ਨਾਨਕ ਸਰਣ ਆਇਆ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸਭ ਕੁਝ ਛੱਡ ਕੇ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਮਹਾਰਾਜ ਮੈਨੂੰ ਕੱਚੀ ਦੇਹ ਦਾ ਹੰਕਾਰ ਨਹੀਂ ਚਾਹੀਦਾ ਹੈ,
ਮੈਨੂੰ ਪਦਾਰਥਾਂ ਦਾ ਸਵਾਦ ਨਹੀਂ ਚਾਹੀਦਾ, ਮੈਨੂੰ ਦੁਨੀਆ ਨਾਲ ਝਗੜਾ ਨਹੀਂ ਚਾਹੀਦਾ, ਮੈਨੂੰ ਮਨ ਵਿੱਚ ਈਰਖਾ ਨਹੀਂ ਚਾਹੀਦੀ ਹੈ, ਮੈਨੂੰ ਮਨ ਵਿੱਚ ਹੰਕਾਰ ਨਹੀਂ ਚਾਹੀਦਾ ਹੈ। ਮੈਂ ਸਭ ਕੁਝ ਛੱਡ ਕੇ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ। ਕਿਰਪਾ ਕਰਕੇ ਮੈਨੂੰ ਰੱਖ ਲਓ, ਮੈਨੂੰ ਤਾਰ ਦਿਓ ਸੰਸਾਰ ਸਮੁੰਦਰ ਤੋਂ, ਇਹ ਮੇਰੇ ਤੇ ਕਿਰਪਾ ਕਰੋ। ਸਤਿਗੁਰਾਂ ਨੇ ਇਹ ਉਪਦੇਸ਼ ਬਖਸ਼ਿਆ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਹਿਬ ਸਿਓ ਮੇਲ। ਦੁਖ ਭੰਜਨ ਜਗ ਜੀਵਨ ਹਰ ਆਇਆ, ਸਗਲ ਤਿਆਗ ਨਾਨਕ ਸਰਣ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।